तीतुस की किताब कढ़ी सॉरी कुलसी ਉਹਦਾ ਇੱਕ ਅਧਿਆਇ 10 ਵਚਨ ਨੂੰ ਅਸੀਂ ਪੜਾਂਗੇ। ਪਹਿਲਾਂ ਪੰਜਾਬੀ ਚ ਪੜਾਂਗੇ, ਫਿਰ ਅਸੀਂ ਉਸ ਵਚਨ ਨੂੰ ਹਿੰਦੀ ਵਿੱਚ ਵੀ ਪੜਾਂਗੇ। ਕੁਲਸੀਆ ਦੀ ਪੱਤਰੀ, ਕੁਲਸੀਆ ਇੱਕ ਅਧਿਆਇ ਦਾ 10 ਵਚਨ। ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇ ਅਤੇ ਹਰ ਇੱਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ਰ ਦੀ ਪਛਾਣ ਵਿੱਚ ਵਧਦੇ ਰਹੋ। ਆਮੀਨ। ਕਿਹਦੀ ਪਹਿਚਾਨ ਵਿੱਚ ਵਧਦੇ ਜਾਓ? ਸਾਰੇ ਬੋਲੋ ਪਰਮੇਸ਼ਵਰ ਦੀ। ਪਰਮੇਸ਼ਰ ਦੀ ਪਹਿਚਾਨ ਵਿੱਚ ਵਧਦੇ ਜਾਓ। ਹੁਣ ਪਰਮੇਸ਼ਰ ਦੀ ਪਹਿਚਾਨ ਵਿੱਚ ਵਧਾਂਗੇ ਕਿਵੇਂ? ਹਾਲੇਲੂਇਆ। ਬੱਚੇ ਨੂੰ ਬੜੇ ਧਿਆਨ ਨਾਲ ਸੁਣਨਾ ਹੈ। ਜਾਣਦੇ ਅੱਜ ਲੋਕਾਂ ਦੇ ਅੱਗੇ ਸਾਡੇ ਅੰਦਰ ਪਰਮੇਸ਼ਰ ਦੀ ਪਹਿਚਾਨ ਨਹੀਂ ਹੈ। ਲੋਕ ਸਾਨੂੰ ਸਾਡੇ ਗਲਤ ਨਾਮ ਤੋਂ ਪਹਿਚਾਨਦੇ ਹਨ। ਕਲਾਮ ਕਹਿੰਦਾ ਹੈ ਔਰ तुम परमेश्वर की पहचान में बढ़ते जाओ। हो सकता कि अज तुहाडी पहचान परमेश्वर च थोड़ी है। हालेलुया। ਇਹਦੇ ਵਿੱਚ ਰੁਕਣਾ ਨਹੀਂ ਹੈ, ਇਹਦੇ ਵਿੱਚ ਕੀ ਹੈ? ਵਧਣਾ। ਹਿੰਦੀ ਚ ਕੋਈ ਹੈ ਪੜ੍ਹ ਦੋ, ਇੰਗਲਿਸ਼ ਵੀ। ਕਿਸੇ ਕੋਲ ਹਿੰਦੀ ਦੀ ਬਾਈਬਲ ਹੈ ਤਾਂ ਪੜ੍ਹ ਸਕਦਾ ਹੈ, नहीं तो मैं तो नहीं पढ़ देना। ताकि तुम्हारा चाल चलन प्रभु के योग्य हो और वह सब प्रकार से प्रसन्न हो और तुम में हर प्रकार के भले कामों का फल लगे और परमेश्वर की पहचान में बढ़े जाओ। आमीन। हालेलुया। तुम्हारा ताकि तुम्हारा चाल चलन, हम नोट करी आना। नंबर 1 ते कहंदा कि तुहाडा चाल चलन किहदे योग्य होवे? परमेश्वर दे। मनुखा ਨੂੰ ਪ੍ਰਸੰਨ ਕਰਨ ਵਾਲੇ ਚਾਲ ਚੱਲਣ ਦੀ ਗੱਲ ਨਹੀਂ ਕਰਦਾ। ਭੈਣ ਭਰਾਵਾਂ ਨੂੰ ਪ੍ਰਸੰਨ ਕਰਨ ਵਾਲੇ ਚਾਲ ਚੱਲਣ ਦੀ ਗੱਲ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਤੁਹਾਡਾ ਚਾਲ ਚੱਲਣ ਪਰਮੇਸ਼ਰ ਦੇ ਯੋਗ ਹੋਵੇ, ਪਰਮੇਸ਼ਰ ਦੇ ਸਥਿਤ ਹੋਵੇ। ਜਿਹੋ ਜਿਹਾ ਪਰਮੇਸ਼ਰ ਤੁਹਾਨੂੰ ਦੇਖਣਾ ਚਾਹੁੰਦਾ ਹੈ ਨਾ, ਹਾਲੇਲੂਇਆ, ਜਿਵੇਂ ਦਾ ਪਰਮੇਸ਼ਰ ਤੁਹਾਨੂੰ ਵੇਖਣਾ ਚਾਹੁੰਦਾ ਹੈ ਉਵੇਂ ਦਾ ਤੁਹਾਡਾ ਚਾਲ ਚੱਲਣ ਹੋਏਗਾ, ਯੋਗ ਹੋਏਗਾ ਪਰਮੇਸ਼ਰ। ਹਾਲੇਲੂਇਆ। परमेश्वर दे योग्य चाल चलन। हालेलुया। पहले नंबर पे कहता ताकि तुम्हारा चाल चलन परमेश्वर के योग्य और वह सब प्रकार से प्रसन्न हो। वह कौन है? परमेश्वर। परमेश्वर की होवे सब प्रकार से प्रसन्न। तोड़े बोलन तो, तोड़े पहरावे तो, तोड़े देखन तो, तोड़ी सोच तो, तोड़े समाज में विचरदे होया परमेश्वर की होवे तोड़े तो प्रसन्न होवे। वो होएगा कदों? ਜਦੋਂ ਤੁਸੀਂ ਪਰਮੇਸ਼ਰ ਦੇ ਯੋਗ ਚਾਲ ਚੱਲੋਗੇ। ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦੀ ਪਹਿਚਾਨ ਵਿੱਚ ਵਧਣ ਦਾ ਜਿਹੜਾ ਪਹਿਲਾ ਕਦਮ ਹੈ ਉਹ ਹੈ ਪਰਮੇਸ਼ਰ ਦੇ ਯੋਗ ਚਾਲ ਚੱਲਣ ਹੋਣਾ। ਕਿਵੇਂ ਅਸੀਂ ਪਰਮੇਸ਼ਰ ਦੀ ਪਹਿਚਾਨ ਵਿੱਚ ਵਧ ਸਕਦੇ? ਪਰਮੇਸ਼ਰ ਨੇ ਸਾਨੂੰ ਬੁਲਾਇਆ ਹੈ ਕਿ ਪਰਮੇਸ਼ਰ ਤੁਹਾਡੇ ਵਿੱਚ ਆਪਣੇ ਆਪ ਨੂੰ ਸੰਸਾਰ ਨੂੰ ਦਿਖਾ ਸਕੇ। ਹਾਲੇਲੂਇਆ। हालेलुया। जानते हैं जदों अलीशा नबी एक जगह तो गुजर रहा सी, हर बारी उथों गुजरदा सी और एक स्त्री सी, उस स्त्री ने गौर की, मैनू लगदा है जेड़ा साडे घर दे कोल दी गुजरदा है ये परमेश्वर दा बंदा है। ये कौन है? ये परमेश्वर दा जन लगदा है। ओदे अंदर परमेश्वर दा नेचर वेख्या गया, ਉਹਦੇ ਅੰਦਰ ਪਰਮੇਸ਼ਰ ਦਾ ਸੁਭਾਅ ਵੇਖਿਆ ਗਿਆ। ਇੰਜ ਲੱਗਦਾ ਹੈ ਜਿਵੇਂ ਪਰਮੇਸ਼ਰ ਦਾ ਦਾਸ ਹੋਵੇ। ਹਾਲੇਲੂਇਆ। ਆਪਾਂ ਦੇਖਦੇ ਹਾਂ ਕਈ ਵਾਰੀ ਹੈ ਨਾ, ਕੋਈ ਵਿਅਕਤੀ ਪ੍ਰਭੂ ਦੀ ਗੱਲ ਕਰ ਰਿਹਾ ਹੈਗਾ, ਉਹਦਾ ਪਹਿਰਾਵਾ ਬੜਾ ਸਾਦਗੀ ਭਰਿਆ ਹੈ, ਉਹਦੇ ਬੋਲ ਬੜੇ ਵਚਨ ਦੇ ਨਾਲ ਭਰੇ ਹੋਏ ਆ। ਆਪਾਂ ਜਜਮੈਂਟ ਕਰਦੇ ਆ ਜਾਂ ਤਾਂ ਇੱਕ ਵਿਸ਼ਵਾਸੀ ਹੈ ਤੇ ਜਾਂ ਇਹ ਪ੍ਰਭੂ ਦਾ ਦਾਸ ਹੈ। ਹਾਲੇਲੂਇਆ। अगर कोई व्यक्ति आन के साडे कोले लड़ाई झगड़े दी गल्लां करदा, मार कुटन दी गल्लां करदा, बंदा जा की लाउने आ ये बंदा लड़ाकू होएगा, ये बंदा गुंडा होएगा। परमेश्वर अपने आप नूं तोड़े विच लोकां दे अगे प्रगट करना चाहुंदा है। ये कदों होएगा?
ਕਦੋਂ ਲੋਕ ਪਰਮੇਸ਼ਰ ਨੂੰ ਸਾਡੇ ਵਿੱਚ ਵੇਖਣਗੇ? ਨੰਬਰ 1 ਤੇ ਆ ਜਾਂਦੀ ਹੈ ਗੱਲ ਚਾਲ ਚੱਲਣ ਤੇ, ਚਰਿੱਤਰ ਤੇ ਗੱਲ ਆ ਜਾਂਦੀ ਹੈ। ਤੁਹਾਡਾ ਚਰਿੱਤਰ ਕਿਦਾਂ ਦਾ ਹੈ? ਹਾਲੇਲੂਇਆ। ਜਾਣਦੇ ਪਰਮੇਸ਼ਰ ਦਾ ਚਰਿੱਤਰ ਜਿਹੜਾ ਹੈ ਉਹ ਹੋਲੀ ਹੈ, ਪਵਿੱਤਰ ਹੈ, ਉਹਦੇ 'ਚ ਝੂਠ ਨਹੀਂ ਆ। ਹਾਲੇਲੂਇਆ। ਉਹਦੇ 'ਚ ਨਫ਼ਰਤ ਨਹੀਂ ਆ, ਉਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਬਦੀ ਪਾਈ। ਇਹ ਪਰਮੇਸ਼ਰ ਦਾ ਚਰਿੱਤਰ ਹੈ, ਪਵਿੱਤਰ ਹੈ ਨਾ ਉਹਦਾ ਕਲਾਮ ਕਹਿੰਦਾ ਹੈ ਤੁਸੀਂ ਪਵਿੱਤਰ ਬਣੋ ਕਿਉਂ ਜੋ ਮੈਂ ਤੁਹਾਡਾ ਪਰਮੇਸ਼ਰ ਕੀ ਹਾਂ। ਸਾਰੇ ਬੋਲੀ ਜਿਹੜਾ ਪਵਿੱਤਰ ਹੈ ਨਾ ਉਹ ਕਹਿੰਦਾ ਮੇਰੇ ਵਾਂਗ ਪਵਿੱਤਰ ਬਣੋ। ਹੁਣ ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਸਾਡੇ ਚਾਲ ਚੱਲਣ ਦੇ ਵਿੱਚ ਆ। ਅੱਜ ਤੱਕ ਸਾਡੇ ਅੰਦਰ ਈਸ਼ਵਰ ਦੀ ਪਹਿਚਾਣ ਕਿਉਂ ਨਹੀਂ ਹੋਈ? ਅਸੀਂ ਉਹਦੀ ਪਹਿਚਾਣ 'ਚ ਵੱਧ ਨਹੀਂ ਪਾਏ। ਉਹਦਾ ਕਾਰਨ ਕੀ ਆ? ਕਿਤੇ ਨਾ ਕਿਤੇ ਸਾਡੇ ਚਾਲ ਚੱਲਣ ਦੇ ਵਿੱਚ ਗੜਬੜੀ ਹੈ, ਸਾਡਾ ਚਾਲ ਚੱਲਣ ਠੀਕ ਨਹੀਂ। ਹਾਲੇਲੂਇਆ। ਇੱਕ ਵਚਨ ਲਿਖਿਆ ਬਾਈਬਲ ਦੇ ਵਿੱਚ, ਉਹ ਕਹਿੰਦਾ ਤੁਸੀਂ ਆਪਣੇ ਚਾਲ ਚੱਲਣ ਉੱਤੇ ਧਿਆਨ ਦਿਓ। ਕਿੱਥੇ ਧਿਆਨ ਦੇਣਾ ਹੈ? ਆਪਣੇ ਚਰਿੱਤਰ ਤੇ ਧਿਆਨ ਦੇਣਾ ਹੈ ਨਾ। ਤੁਹਾਡਾ ਚਾਲ ਚੱਲਣ ਕਿੱਦਾਂ ਦਾ ਹੈ? ਤੁਸੀਂ ਕਿੱਦਾਂ ਦਾ ਵਿਵਹਾਰ ਕਰਦੇ ਹੋ? ਤੁਸੀਂ ਕਿਵੇਂ ਦਾ ਬੋਲਦੇ ਹੋ? ਹਾਲੇਲੂਇਆ। ਤੀਤੁਸ ਦੀ ਪੱਤਰੀ ਵਿੱਚ ਲਿਖਿਆ, ਕਹਿੰਦਾ ਉਹ ਕਹਿੰਦੇ ਤਾਂ ਹਨ ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ, ਪਰ ਉਹ ਆਪਣੇ ਕੰਮਾਂ ਰਾਹੀਂ ਪਰਮੇਸ਼ਰ ਦਾ ਇਨਕਾਰ ਕਰਦੇ ਆ। ਉਹ ਲੋਕ ਦਾਅਵਾ ਤਾਂ ਕਰਦੇ ਆ ਬਈ ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ, ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ। ਕਿਦੋਂ ਪਤਾ ਲੱਗੇਗਾ ਕਿ ਤੁਸੀਂ ਪਰਮੇਸ਼ਰ ਨੂੰ ਜਾਣਦੇ ਹੋ? ਜਿੱਦਾਂ ਤੁਹਾਡਾ ਚਾਲ ਚੱਲਣ ਠੀਕ ਹੋ ਜਾਏਗਾ, ਤੁਹਾਡਾ ਬੋਲਣ ਦਾ ਵਿਵਹਾਰ ਠੀਕ ਹੋ ਜਾਏਗਾ। ਹਾਲੇਲੂਇਆ। ਤੁਹਾਡਾ ਲੋਕਾਂ ਅੱਗੇ ਨਮੂਨਾ ਚੰਗਾ ਹੋ ਜਾਏਗਾ। ਉਸ ਦਿਨ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਪਏਗੀ, ਤੁਹਾਡੇ ਕੰਮ ਦੱਸਣਗੇ ਤੁਸੀਂ ਪਰਮੇਸ਼ਰ ਨੂੰ ਜਾਣਦੇ ਹੋ। ਹਾਲੇਲੂਇਆ। ਪੌਲੁਸ ਲਿਖਦਾ ਹੈ ਤੀਤੁਸ ਨੂੰ ਪੱਤਰੀ, ਉੱਥੇ ਉਹ ਕੁਝ ਲੋਕਾਂ ਦੀ ਗੱਲ ਕਰਦਾਗਾ। ਉੱਥੇ ਕੁਝ ਲੋਕ ਹੈ ਜਿਹੜੇ ਦਾਅਵਾ ਕਰਦੇ ਆ ਬਈ ਅਸੀਂ ਪਰਮੇਸ਼ਰ ਨੂੰ ਪਾ ਲਿਆ, ਅਸੀਂ ਪਰਮੇਸ਼ਰ ਨੂੰ ਜਾਣਦੇ ਆ, ਪਰ ਅੰਦਰ ਨਫ਼ਰਤ ਪਾਈ ਜਾਂਦੀ ਹੈ, ਅੰਦਰ ਜਲਨ ਪਾਈ ਜਾਂਦੀ ਹੈ, ਅੰਦਰ ਈਰਖਾ ਪਾਈ ਜਾਂਦੀ ਹੈ, ਅੰਦਰ ਝਗੜੇ ਪਾਏ ਜਾਂਦੇ ਆ, ਅੰਦਰ ਹਰ ਪ੍ਰਕਾਰ ਦੀ ਬਦੀ ਪਾਈ ਜਾਂਦੀ ਹੈ। ਜਦੋਂ ਉਹਨਾਂ ਦੀਆਂ ਬਦੀਆਂ ਪ੍ਰਗਟ ਹੁੰਦੀਆਂ ਨੇ, ਲੋਕਾਂ 'ਚ ਵਿਚਰਦੇ ਆ, ਉਹਨਾਂ ਦੇ ਕੰਮ ਪ੍ਰਗਟ ਹੁੰਦੇ ਨੇ, ਤਾਂ ਉੱਥੋਂ ਪਤਾ ਲੱਗਦਾ ਇਹ ਖੁਦਾ ਨੂੰ ਜਾਣਦੇ ਨਹੀਂ ਆ, ਇਹ ਬੁੱਲਾਂ ਨਾਲ ਆਦਰ ਕਰਨ ਵਾਲੇ ਆ, ਦਿਲ ਤਾਂ ਖੁਦਾ ਤੋਂ ਬਹੁਤ ਹੀ ਦੂਰ ਹੈ। ਪ੍ਰਭੂ ਨੇ ਮੱਤੀ ਦੀ ਅੰਜੀਲ 'ਚ ਕਿਹਾ, ਕਹਿੰਦਾ ਇਹ ਲੋਕ ਬੁੱਲਾਂ ਨਾਲ ਮੇਰਾ ਆਦਰ ਕਰਦੇ ਆ। ਕਿਵੇਂ ਆਦਰ ਕਰਦੇ ਆ? ਇਹ ਲੋਕ ਬੁੱਲਾਂ ਨਾਲ ਮੇਰਾ ਆਦਰ ਕਰਦੇ ਆ, ਪਰ ਇਹਨਾਂ ਦਾ ਦਿਲ ਨਾ ਮੇਥੋਂ ਬੜੀ ਦੂਰ ਆ। ਚਾਹੀਦਾ ਸੀ ਸਾਡਾ ਦਿਲ ਪਰਮੇਸ਼ਰ ਦੇ ਲਾਗੇ ਹੁੰਦਾ। ਹਾਲੇਲੂਇਆ। ਅੱਜ ਕਿਉਂ ਅਸੀਂ ਪਰਮੇਸ਼ਰ ਦੀ ਪਹਿਚਾਣ ਵਿੱਚ ਵੱਧ ਨਹੀਂ ਰਹਿ ਗਏ? ਕਿਤੇ ਨਾ ਕਿਤੇ ਸਾਡੇ ਚਾਲ ਚੱਲਣ ਦੇ ਵਿੱਚ ਗੜਬੜੀ ਹੈ। ਲੋਕ ਪਰਮੇਸ਼ਰ ਨੂੰ ਨਹੀਂ ਦੇਖਦੇ, ਪਰਮੇਸ਼ਰ ਤੋਂ ਲੋਕ ਤੁਹਾਡਾ ਚਾਲ ਚੱਲਣ ਦੇਖਦੇ ਆ, ਤੁਹਾਡਾ ਕਰੈਕਟਰ ਦੇਖਦੇ ਆ ਕਿ ਤੁਹਾਡਾ ਕਰੈਕਟਰ ਰਾਈਟ ਹੈ ਜਾਂ ਰੋਂਗ ਹੈ। ਉਸ ਹਿਸਾਬ ਨਾਲ ਦੇਖਦੇ ਆ ਕਿ ਵਾਕਈ ਇਹਨਾਂ ਦਾ ਪਰਮੇਸ਼ਰ ਜ਼ਿੰਦਾ ਹੈ, ਪਵਿੱਤਰ ਹੈ ਜਾਂ ਕਿਦਾਂ ਦਾ ਇਹਨਾਂ ਦਾ ਪਰਮੇਸ਼ਰ। ਹਾਲੇਲੂਇਆ। ਕਲਾਮ ਦੇ ਵਿੱਚ ਲਿਖਿਆ ਹੈ, ਕਹਿੰਦਾ ਤੁਹਾਡੇ ਨਾਮ ਦੇ ਕਾਰਨ ਕੌਮਾਂ ਵਿੱਚ, ਤੁਹਾਡੇ ਕੰਮਾਂ ਦੇ ਕਾਰਨ ਕੌਮਾਂ ਵਿੱਚ ਮੇਰੇ ਨਾਮ ਦੀ ਬਦਨਾਮੀ ਹੁੰਦੀ ਹੈ। ਪਰਮੇਸ਼ਰ ਕਿਹਨੂੰ ਕਹਿ ਰਿਹਾ ਹੈ? ਆਪਣੇ ਲੋਕਾਂ ਨੂੰ ਕਹਿ ਰਿਹਾ ਹੈ। ਉਹਦੇ ਲੋਕਾਂ ਦਾ ਚਾਲ ਚੱਲਣ ਠੀਕ ਨਹੀਂ, ਕੰਮ ਠੀਕ ਨਹੀਂ ਹੈ ਖੁਦਾ ਦੇ ਨਾਲ, ਉਹਦੀ ਪਹਿਚਾਣ ਦੇ ਵਿਰੋਧ ਆ ਕੰਮ ਸਾਰੇ। ਹਾਲੇਲੂਇਆ। ਅੱਜ ਮੈਂ ਤੁਹਾਨੂੰ ਦੱਸਾਂਗਾ ਅਸੀਂ ਪਰਮੇਸ਼ਰ ਦੀ ਪਹਿਚਾਣ ਵਿੱਚ ਵੱਧ ਕਿਵੇਂ ਸਕਦੇ ਹਾਂ। ਹਰ ਇੱਕ ਭੈਣ ਦਾ, ਹਰ ਇੱਕ ਭਾਈ ਦਾ, ਨੌਜਵਾਨ ਬੇਟੇ ਦਾ, ਬੇਟੀ ਦਾ ਮਸੀਹ ਦੇ ਪਰਮੇਸ਼ਰ ਦੀ ਪਹਿਚਾਣ ਵਿੱਚ ਵਧਣਾ ਕਿਵੇਂ ਆਸਾਨ ਹੈ, ਕਿਵੇਂ ਸੌਖਾ ਹੈ, ਕਿਵੇਂ ਅਸੀਂ ਉਹਦੀ ਪਹਿਚਾਣ ਵਿੱਚ ਵੱਧ ਸਕਦੇ ਹਾਂ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ, ਤੁਸੀਂ ਪਰਮੇਸ਼ਵਰ ਨੂੰ ਉਹਦੇ ਵਚਨ ਤੋਂ ਬਿਨਾਂ ਨਹੀਂ ਪਹਿਚਾਣ ਸਕਦੇ। ਤੁਸੀਂ ਪਰਮੇਸ਼ਰ ਦੇ ਦਿਲ ਨੂੰ ਵਚਨ ਤੋਂ ਬਿਨਾਂ ਪਤਾ ਨਹੀਂ ਲਾ ਸਕਦੇ ਉਹਦਾ ਦਿਲ ਕਿਵੇਂ ਦਾ ਹੈ, ਉਹਦਾ ਨੇਚਰ ਕਿਵੇਂ ਦਾ ਹੈ। ਪਰਮੇਸ਼ਰ ਹਾਲੇਲੂਇਆ। ਪਰਮੇਸ਼ਰ ਕਿਵੇਂ ਸੋਚਦਾ ਹੈ, ਬਿਨਾਂ ਵਚਨ ਦੇ ਅਸੀਂ ਖੁਦਾ ਨੂੰ ਕਦੇ ਜਾਣ ਨਹੀਂ ਸਕਦੇ। ਹਾਲੇਲੂਇਆ। ਬੜੇ ਲੋਕ ਆ ਜੰਗਲਾਂ 'ਚ ਗਏ ਆ, ਪਹਾੜਾਂ ਗੁਫਾਵਾਂ 'ਚ ਬੈਠੇ ਆ, ਤਪੱਸਿਆ ਕਰ ਰਹੇ ਆ, ਆਪਣੀ ਤਪੱਸਿਆ ਨਾਲ ਪਰਮੇਸ਼ਰ ਨੂੰ ਜਾਣਨਾ ਚਾਹੁੰਦੇ ਆ। ਤੁਹਾਨੂੰ ਪਤਾ ਲੋਕ ਧੋਖਾ ਖਾ ਜਾਂਦੇ ਆ। ਅਗਰ ਤੁਸੀਂ ਪਰਮੇਸ਼ਰ ਨੂੰ ਪਹਿਚਾਨਣਾ ਹੈ, ਉਹਦੀ ਪਹਿਚਾਣ ਵਿੱਚ ਵਧਣਾ ਹੈ, ਤਾਂ ਪਰਮੇਸ਼ਰ ਦੇ ਵਚਨ ਤੋਂ ਬਿਨਾਂ ਤੁਸੀਂ ਪਰਮੇਸ਼ਰ ਦੀ ਪਹਿਚਾਣ 'ਚ ਨਹੀਂ ਵੱਧ ਪਾਓਗੇ।
ਉਹਦੇ ਵਚਨ ਨੂੰ ਪੜ੍ਹੇ ਬਿਨਾ, ਉਹਦੇ ਵਚਨ ਨੂੰ ਸਮਝੇ ਬਿਨਾ ਪਰਮੇਸ਼ਰ ਦੇ ਵਿੱਚ ਵਧਣਾ ਬਹੁਤ ਕਠਿਨ, ਉਹਦੀ ਪਹਿਚਾਣ 'ਚ ਵਧਣਾ ਬਹੁਤ ਕਠਿਨ ਹੈ। ਲੋਕ ਤਪੱਸਿਆ ਕਰ ਰਹੇ ਆ ਪਹਾੜਾਂ 'ਚ, ਗੁਫਾਵਾਂ 'ਚ ਬੈਠ ਕੇ, ਪਰ ਉਹਨਾਂ ਦੇ ਵਿੱਚ ਨਫ਼ਰਤ ਪਾਈ ਜਾਂਦੀ ਹੈ, ਉਹਨਾਂ 'ਚ ਲੋਭ ਵੀ ਪਾਇਆ ਜਾਂਦਾ ਹੈ, ਉਹਨਾਂ ਵਿੱਚ ਸਰੀਰ ਦੇ ਕੰਮ ਪਾਏ ਜਾਂਦੇ ਆ, ਸਰੀਰ ਦੀਆਂ ਬਿਲਾਸ਼ਾਵਾਂ ਉਹਨਾਂ 'ਚ ਪਾਈਆਂ ਜਾਂਦੀਆਂ ਨੇ। ਬੇਸ਼ੱਕ ਉਹ ਕਹਿੰਦੇ ਸੀ ਸਾਰਾ ਕੁਝ ਛੱਡ ਕੇ ਆ ਗਏ ਆ। ਹਾਲੇਲੂਇਆ। जानते अगर एक व्यक्ति परमेश्वर का वचन नहीं जानता, अगर वो बिना वचन के परमेश्वर की पहचान विच वधन की कोशिश करे या परमेश्वर के स्तर तक जाने की कोशिश करे तो शैतान उन्होंने अपना शिकार बना लेता है। हालेलुया। मैं तुम दसना चाहता हाँ, बाइबल कहती है, कुरंथियां च लिखा है, शैतान जिहड़ा है वो अपना रूप एक प्रकाशमयी स्वर्ग दूत जिहा बना लेता है। अगर एक भाई वचन नहीं जानता, एक भैन वचन नहीं जानती, और बिना वचन दे और परमेश्वर की पहचान में वधन की कोशिश कर रहे हैं। हालेलुया। तो जे उन्होंने सामने शैतान आ जाएगा, उन्होंने पता नहीं लगेगा सी स्वर्गदूत को देख रहे हैं या परमेश्वर को देख रहे हैं या शैतान को देख रहे हैं, क्योंकि शैतान जिहड़ा है वो अपना रूप चेंज कर सकता है। कलाम कहता है वो एक प्रकाशमयी दूत बन सकता है, वो चानन दे दूत वांग हो सकता, वो तुहानू धोखा दे सकता अगर तुसी वचन नू नहीं जानते तां। हालेलुया। अगर तुसी परमेश्वर की पहचान विच वधना है मेरे प्यारे ते भराओ, परमेश्वर ने सानू ये बाइबल दिता है, ये पवित्र ग्रंथ दिता है, इहदे विच पूरी परमेश्वर की पहचान, उस पहचान नू असीं अपने अंदर लै सकदे हां। परमेश्वर असीं अपना चाल चलन किवें सुधार सकदे हां, ਅਸੀਂ ਪਰਮੇਸ਼ਰ ਦੇ ਵਿੱਚ ਕਿਵੇਂ ਵੱਧ ਸਕਦੇ ਹਾਂ, ਇਸ ਬਾਈਬਲ ਦੇ ਅੰਦਰ ਹਰ ਇੱਕ ਗੱਲ ਦਾ ਉੱਤਰ ਦਿੱਤਾ ਹੈ। ਹਾਲੇਲੂਇਆ। ਤੁਹਾਡੇ ਸਾਰਿਆਂ ਦੇ ਕਈ ਤਰ੍ਹਾਂ ਦੇ ਸਵਾਲ ਹੋ ਸਕਦੇ ਆ, ਪਰ ਤੁਹਾਡੇ ਸਾਰਿਆਂ ਦੇ ਕੱਲੇ-ਕੱਲੇ ਸਵਾਲ ਦਾ ਇੱਕ ਇੱਕ ਜਵਾਬ ਇਹਦੇ ਅੰਦਰ ਲਿਖਿਆ ਹੋਇਆ ਹੈ। ਪਰ ਜੇ ਤੁਹਾਡੇ ਘਰੇ ਬਾਈਬਲ ਹੈ ਔਰ ਬੰਦ ਪਿਆ ਹੋਇਆ ਹੈ, ਅਲਮਾਰੀ 'ਚ ਢੱਕ ਕੇ ਰੱਖਿਆ ਹੋਇਆ ਹੈ, ਇਹਦਾ ਮਤਲਬ ਤੁਸੀਂ ਪਰਮੇਸ਼ਰ ਦੀ ਪਹਿਚਾਣ ਦੇ ਵਿੱਚ ਵਧਣਾ ਨਹੀਂ ਚਾਹੁੰਦੇ। हालेलुया। क्योंकि जिस वचन ने तुहानू परमेश्वर दे नाल रूबरू कराना है, जिस वचन दे राह तुसीं परमेश्वर नू देखना है, ओदा हार्ट देखना है, ओदी सोच देखनी है, उन्हें तुसीं घरां च बंद करके रखे बैठे हो। हालेलुया। वचन ही एकमात्र अजिहा साधन है जिहड़ा सानू परमेश्वर दे पहचान विच बदलण लई मदद करदा है। बिना वचन दे कोई इंसान परमेश्वर की पहचान में वध नहीं सकता। हालेलुया। अगर कोई कहे भाई बाइबल की लोड़ नहीं है, बाइबल का पढ़ लिया वाधू, मैं तुहानू कहंदा हां, एक व्यक्ति जेकर कहे भाई 32 साल का हो गया है, जन्म तो लेके 32 साल तक बहुत ऑक्सीजन ले रही है, हुण मैनू ऑक्सीजन की लोड़ नहीं है, ऑक्सीजन बंद कर दो, जीवित रहेगा, डेथ हो जाएगी, मर जाएगा। ਐਵੇਂ ਹੀ ਇੱਕ ਭਾਈ ਜਾਂ ਭੈਣ ਕਵੇ ਬਹੁਤ ਬਾਈਬਲ ਪੜ੍ਹ ਲਿਆ, ਮੈਂ ਬੜਾ ਵਚਨ ਪੜ੍ਹ ਲਿਆ, ਹੁਣ ਮੈਨੂੰ ਲੋੜ ਨਹੀਂ ਆ, ਇਹਦਾ ਮਤਲਬ ਉਹ ਆਪਣੀ ਆਤਮਾ ਨੂੰ ਆਕਸੀਜਨ ਬੰਦ ਕਰ ਰਿਹਾ, ਸਪਿਰਿਟ ਖਤਮ ਹੋ ਜਾਏਗੀ, ਸਪਿਰਿਟ ਮਰ ਜਾਏਗੀ, ਜੇਕਰ ਤੁਸੀਂ ਇਹਨੂੰ ਹਰ ਰੋਜ਼ ਨਹੀਂ ਪੜ੍ਹਦੇ, ਹਰ ਰੋਜ਼ ਮੰਨਣ ਨਹੀਂ ਕਰਦੇ। ਹਾਲੇਲੂਇਆ। ਤੁਹਾਨੂੰ ਪਤਾ ਬਹੁਤ ਸਾਰੇ ਕ੍ਰਿਸਚੀਅਨ ਭੈਣ ਭਾਈ ਆ ਜਿਨ੍ਹਾਂ ਕੋਲੇ ਪਵਿੱਤਰ ਬਾਈਬਲ ਤਾਂ ਹੈ, ਬੜੇ ਚਾਅ ਨਾਲ ਖਰੀਦਦੇ ਆ, ਅਸੀਂ ਸਾਨੂੰ ਬਾਈਬਲ ਦੇ, ਬਾਈਬਲ ਮੰਗਾ ਕੇ ਦਿਓ, ਜਿੰਨਾ ਚਿਰ ਲੈ ਕੇ ਨਹੀਂ ਪਾਸਟਰ ਕਹੀ ਜਾਣਗੇ, कई बार को नहीं मिलती, लेट हो जाता है, पास्टर मान का कितना चाह है, 4 दिन पूरा पढ़ते हैं, हफ्ता पूरा पढ़ते हैं, 10 दिन पूरा पढ़ते हैं, हौली हौली ठंडे पै जाते हैं। वो इस गल नूं भुल जाते हैं, असीं अपनी आत्मा दा गल घोड़ रहे हैं, असीं अपनी आत्मा नूं मार रहे हैं। बिना परमेश्वर दे वचन दे स्पिरिट तुहाडी आत्मा तुहाडी जीवित नहीं आ, मरी हुई आत्मा। कलाम कहता है परमेश्वर अपना वचन भेजता है तो वो जी उठते हैं। हालेलुया। ये वचन च बहुत सामर्थ है मेरे प्यारे दे भराओ, एक वचन ही बड़ा काफी है, जेकर ਉਹਦੇ पर ਤੁਸੀਂ अमल कर लिया, ਉਹਦੇ ਤੇ मनन कर लिया, ਤੁਹਾਡੀ ਜ਼ਿੰਦਗੀ चेंज करने वास्ते। हालेलुया। हालेलुया। कहता तुम परमेश्वर की पहचान में बढ़ते जाओ। हो सकता कि आज ਤੁਸੀਂ 5% ਵਧੇ ਹੋ, इत्थे काफी नहीं है, हो सकता तुसीं 20% ਵਧੇ ਹੋ, इत्थे भी काफी नहीं है,
ਹੋ ਸਕਦਾ ਸੀ 50% ਵੱਧ ਗਏ ਹੋ ਉਹਦੀ ਪਹਿਚਾਣ ਚ। ਇੱਥੇ ਵੀ ਕਾਫੀ, ਉਹਨੇ ਕਿਹਾ ਵੱਧਦੇ ਜਾਓ, ਰੁਕ ਨਾ ਜਾਓ, ਘਟਦੇ ਨਾ ਜਾਓ। ਅੱਜ ਵਿਸ਼ਵਾਸੀ ਘਟ ਰਿਹਾ ਹੈ। ਹਾਲੇਲੂਇਆ। ਕਲਾਮ ਦੇ ਵਿੱਚ ਪ੍ਰਭੂ ਜਦੋਂ ਯਹੂਨਾ ਦੇ ਨਾਲ ਗੱਲ ਕਰਦਾ ਹੈ, ਕਹਿੰਦਾ ਫਲਾਣੇ ਦੂਤ ਨੂੰ ਲਿਖ, ਉਹਨੂੰ ਲਿਖ ਤੇਰਾ ਪਹਿਲਾ ਪਿਆਰ ਕੀ ਪੈ ਗਿਆ ਹੈ? ਠੰਡਾ ਪੈ ਗਿਆ, ਫਿੱਕਾ ਪੈ ਗਿਆ ਤੇਰਾ ਪਹਿਲਾ ਪਿਆਰ। ਜਾਣਦੇ ਅਸੀਂ ਖੁਦਾ ਵਿੱਚ ਆਉਂਦੇ ਆ, ਨਵੇਂ ਅਸੀਂ ਵਿਸ਼ਵਾਸ ਕਰਦੇ ਆ, ਸਾਡਾ ਫੇਰ ਬਹੁਤ ਹੁੰਦਾ। ਅਸੀਂ ਜਿੱਥੇ ਖੜਦੇ ਆ ਯੀਸ਼ੂ ਦੀ ਗੱਲ ਕਰਦੇ ਆ, ਰਿਸ਼ਤੇਦਾਰ ਚ ਜਾਂਦੇ ਆ ਯੀਸ਼ੂ ਦੀ ਗੱਲ ਕਰਦੇ ਆ, ਵਚਨ ਨਾਲ ਰੱਖਦੇ ਆ, ਪੜ੍ਹਦੇ ਉਹਨੂੰ, ਪਰ ਹੌਲੀ ਹੌਲੀ ਸਾਡਾ ਪ੍ਰੇਮ ਪ੍ਰਭੂ ਦੇ ਨਾਲ ਠੰਡਾ ਪੈਂਦਾ ਜਾਂਦਾ। ਬਾਈਬਲ ਜਿੱਥੇ 3 ਟਾਈਮ ਪੜ੍ਹਦੇ ਸੀ 2 ਟਾਈਮ ਹੋ ਜਾਂਦੀ, ਜਿੱਥੇ 2 ਟਾਈਮ ਪੜ੍ਹਦੇ ਸੀ 1 ਟਾਈਮ, ਜਿੱਥੇ 1 ਟਾਈਮ ਪੜ੍ਹਦੇ ਸੀ ਅੱਧਾ ਟਾਈਮ। ਹੌਲੀ ਬਾਈਬਲ ਪੜ੍ਹਨਾ ਵੀ ਬੰਦ ਹੋ ਜਾਂਦਾ। ਫਿਰ ਪ੍ਰਭੂ ਦੀ ਪਹਿਚਾਣ ਚ ਵਧੋਗੇ ਕਿ ਨਹੀਂ? ਹਾਲੇਲੂਇਆ। ਅਗਰ ਤੁਹਾਡੇ ਕੋਲੇ ਬਾਈਬਲ ਹੈ, ਕਿੰਨੇ ਲੋਕਾਂ ਕੋਲੇ ਬਾਈਬਲ ਹੈਗਾ? ਤਕੜਾ ਕਰੀਏ। ਜਿਨ੍ਹਾਂ ਕੋਲੇ ਆਪਦਾ ਬਾਈਬਲ ਹੈਗਾ ਉੱਚਾ ਹੱਥ ਕਰੋ। ਆਪਦਾ ਬਾਈਬਲ ਹੈ ਜਿਨ੍ਹਾਂ ਕੋਲੇ ਪਰਸਨਲ ਹੱਥ ਨੀਚੇ ਕਰੋ। ਜਿਨ੍ਹਾਂ ਕੋਲੇ ਬਾਈਬਲ ਨਹੀਂ ਆ ਉਹ ਹੱਥ ਖੜਾ ਕਰੋ। ਜਿਨ੍ਹਾਂ ਕੋਲ ਆਪਣਾ ਬਾਈਬਲ ਨਹੀਂ ਹੈ, ਇਹ ਨਹੀਂ ਕਹਿਣਾ ਸਾਡੇ ਘਰ ਚ ਇੱਕ ਹੈਗੀ ਆ ਜੀ, ਇੱਕ ਜੀ ਦੇ ਲਈ ਹੋ। ਹਾਲੇਲੂਇਆ। ਆਪਣੇ ਘਰ ਚ ਕੱਪੜੇ ਹੁੰਦੇ ਆ, 5 6 ਸੂਟ ਹੁੰਦੇ ਆ, 10 ਸੂਟ ਵੀ ਲੈ ਕੇ ਜਾਂਦੇ ਵਧੀਆ, ਪਰ ਬਾਈਬਲ ਇੱਕ ਨਾ ਹੀ ਸਾਰਨਾ। ਸੂਟ ਇੱਕ ਨਾ ਸਰ ਜਾਏਗਾ ਤੁਹਾਡਾ। ਫਿਰ ਤੁਹਾਡੀ ਆਤਮਾ ਦਾ ਜਿਹੜਾ ਪਹਿਰਾਵਾ ਹੈ, ਤੇਰੀ ਆਤਮਾ ਦੀ ਤੁਹਾਡੀ ਖੁਰਾਕ ਹੈ, ਉਹ ਤੁਸੀਂ ਇੱਕ ਬਾਈਬਲ ਨਾਲ ਕਿਵੇਂ ਸਾਰ ਲੈਂਦੇ ਹੋ? ਹਾਲੇਲੂਇਆ। ਤੁਹਾਡਾ ਆਪਣਾ ਪਰਸਨਲ ਬਾਈਬਲ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ। ਜੇ ਤੁਹਾਡੇ ਕੋਲੇ ਆਪਣਾ ਆਪਦਾ ਪਰਸਨਲ ਬਾਈਬਲ ਨਹੀਂ ਆ ਤਾਂ ਦੁਨੀਆ ਦੇ ਸਭ ਤੋਂ ਗਰੀਬ ਇਨਸਾਨ ਤੁਸੀਂ ਹੋ। ਤੁਹਾਡੇ ਕੋਲੇ ਵਚਨ ਨਹੀਂ ਹੈ ਖੁਦਾ ਦਾ। ਜਿਸ ਵਚਨ ਤੁਸੀਂ ਵਧਣਾ ਹੈ, ਜਿਹਦੀ ਪਹਿਚਾਣ ਵਿੱਚ ਤੁਸੀਂ ਵਧਣਾ ਹੈ, ਉਹ ਹੀ ਨਹੀਂ ਤੁਹਾਡੇ ਕੋਲੇ ਹੈਗਾ। ਕਿਵੇਂ ਵਧੋਗੇ? ਤੁਹਾਡੇ ਚਾਲ ਚੱਲਣ ਪਰਮੇਸ਼ਰ ਦੇ ਯੋਗ ਬਣਨਗੇ ਕਿਵੇਂ? ਹਾਲੇਲੂਇਆ। ਜੇ ਚਾਲ ਚੱਲਣ ਦਾ ਯੋਗ ਨਹੀਂ ਹੋਏਗਾ, ਉਹ ਪ੍ਰਸੰਨ ਕਿਵੇਂ ਹੋਏਗਾ? हालेलुया। कहता और तुम में हर प्रकार के भले कामों का फल लगे। फिर फल किਵੇਂ लगेगा? जेकर बूटे ਨੂੰ पानी नहीं दोगे, पौधा लाया है, रख ही नहीं करोगे, ਉਹਨੂੰ खाद वगैरह नहीं दोगे, पानी वगैरह नहीं दोगे, किਵੇਂ फल खाओगे? हालेलुया। वचन ਤੁਹਾਡੀ ਆਤਮਾ ਦੀ ਖੁਰਾਕ ਹੈ। ਜਿਵੇਂ ਜਿਉਂਦੇ ਰਹਿਣ ਲਈ ਅਸੀਂ ਭੋਜਨ ਖਾਣੇ ਨਾ, ਖਾਣਾ ਖਾਣੇ ਆ, ਸਾਡੀ ਬਾਡੀ ਨੂੰ એનર્ਜੀ ਮਿਲਦੀ ਆ, ਜਿਹਦਾ ਅਸੀਂ ਤਾਕਤਵਰ ਬਣਦੇ ਆ, ਚੱਲਦੇ ਫਿਰਦੇ ਆ। ਤੁਸੀਂ ਇੱਕ ਵਾਰੀ ਭੋਜਨ ਕਰਕੇ 10 ਦਿਨ ਕੱਢ ਲੋਗੇ ਕਰੀ ਭੋਜਨ ਦੇ ਨਾਲ? ਬੋਲੀਏ। ਫਿਰ ਬਾਈਬਲ ਇੱਕ ਵਾਰੀ ਪੜ੍ਹੀ ਆ, 10 ਦਿਨ ਹੋ ਗਏ ਬਾਈਬਲ ਨਹੀਂ ਪੜ੍ਹੀ, ਕਿਵੇਂ ਆਤਮਾ ਜੀਵਤ ਰਹੇਗੀ? ਅੱਜ ਕਿਉਂ ਨਹੀਂ ਅਸੀਂ ਪਰਮੇਸ਼ਰ ਦੀ ਪਹਿਚਾਣ ਵਿੱਚ ਵਧ ਰਹੇ? ਕਾਰਨ ਉਹਦਾ ਕੀ ਹੈ? ਅਸੀਂ ਉਹਦੇ ਵਚਨ ਦੇ ਨਾਲ ਮੁਲਾਕਾਤ ਨਹੀਂ ਕਰਦੇ। ਅਸੀਂ ਪਰਮੇਸ਼ਰ ਦੇ ਨਾਲ ਰੂਬਰੂ ਨਹੀਂ ਹੋ ਰਹੇ। ਕਿਵੇਂ ਰੂਬਰੂ ਹੋਵੋਗੇ? ਉਹਦੇ ਬਿਨਾਂ ਵਚਨ ਦੇ ਤੁਸੀਂ ਉਹਦੇ ਨਾਲ ਰੂਬਰੂ ਨਹੀਂ ਹੋਵੋਗੇ। ਹਾਲੇਲੂਇਆ। ਦੂਸਰਾ ਤਿਮੋਥੀਅਸ 3:16 ਵਚਨ ਕੱਢੀਏ। ਸਾਰੀ ਲਿਖਤ ਪਰਮੇਸ਼ਰ ਦੀ ਆਤਮਾ ਤੋਂ ਹੈ ਅਤੇ ਸਿੱਖਿਆ ਤਾੜਨ, ਸੁਧਾਰਨ ਅਤੇ ਧਰਮ ਦੇ ਗਿਜਾਉਣ ਲਈ ਗੁਣਕਾਰ ਹੈ, ਭਈ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰ ਇੱਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। ਆਮੀਨ। ਹੁਣ ਸਭ ਤੋਂ ਵੱਡੀ ਐਗਜ਼ਾਮਪਲ ਬਾਈਬਲ 'ਚ ਹੈ। संपूर्ण पवित्र शास्त्र परमेश्वर की प्रेरणा से रचा गया है। किधर रचा गया है? हालेलुया। जानते आप कोई भी सामान लेके आने, फ्रिज लेके आने, टीवी लेके आने या कुछ लेने आ, उसने एक छोटी जी बुक दी जाती है। उस बुक के अंदर उनका सारा बायोडाटा लिखा होता वा की समान हैगा, इन्हें किवें चलाया जाएगा, जे खराब हो जाएगा ਉੱਥੇ ਜਿਹੜਾ ਨੰਬਰ ਦਿੱਤਾ ਹੁੰਦਾ ਵਾ, ਜਦੋਂ ਠੀਕ ਹੋ ਸਕਦੀ ਹੈ, ਉਹ ਸਾਰਾ ਕੁਝ ਦਿੱਤਾ ਹੁੰਦਾ, ਬੁੱਕ ਦੇ ਅੰਦਰ ਦਿੱਤਾ ਹੁੰਦਾ। ਬਹੁਤ ਸਾਰੇ ਲੋਕ ਉਹਨੂੰ ਪੜ੍ਹਦੇ ਨਹੀਂ ਆ, ਬੁੱਕ ਲੈ ਲੈਂਦੇ ਆ, ਬੁੱਕ ਲੈਣ ਤੋਂ ਬਾਅਦ ਉਹਨੂੰ ਮਾਰਦੇ ਚਲਾ ਕੇ ਤਾਂ ਉਹਦਾ ਫੋਨ ਕੱਢ ਕੇ ਚਲਾਉਣ ਲੱਗ ਪੈਂਦੇ ਜਾਂ ਹੋਰ ਚੀਜ਼ ਕੋਈ ਲੈ ਕੇ ਆਉਂਦੇ ਆ। ਜਾਣਕਾਰੀ ਨਹੀਂ ਲੈਂਦੇ ਉਹਦੇ ਚ ਲਿਖਿਆ ਕੀ ਹੈ। ਹਾਲੇਲੂਇਆ। ਔਰ ਜਦੋਂ ਜਾਣਕਾਰੀ ਉਹ ਨਹੀਂ ਲੈਂਦੇ ਤਾਂ ਬਹੁਤ ਗੱਲਾਂ ਦੀ ਮਿਸਟੇਕ ਕਰਦੇ ਹੋ। ਹਾਲੇਲੂਇਆ।
ਜਿਹਦੇ ਨਾਲ ਗੜਬੜੀ ਆ ਜਾਂਦੀ ਆ, ਮਸ਼ੀਨ 'ਚ ਪ੍ਰੋਬਲਮ ਆ ਜਾਂਦੀ। खुदा ने सानू पवित्र शास्त्र दिता है, कलाम दे विच लिखिया है संपूर्ण पवित्र शास्त्र परमेश्वर की प्रेरणा से, मतलब कि परमेश्वर के साह नाल दिता है। जेड़ा पवित्र शास्त्र है ना, परमेश्वर दे साह नाल, पंजाबी च की लिखिया है परमेश्वर दे आत्मा नाल। आत्मा मतलब परमेश्वर दा साह, साह मतलब जो ने मिट्टी दे पुतले च फूकिया, मिट्टी दे पुतले च जान आ गई, वो उठ के खड़ा हो गया। वही साह इहदे अंदर है, वही सामर्थ अज भी इहदे अंदर है। हालेलुया। इन्हू अंदर नहीं ना जान देंगे, जे अंदर जाऊगा फिर ये काम करूगा ना। कलाम च लिखा परमेश्वर ने आदम दिया नथना च जीवन दा साह फूकिया, अंदर गया साह, फिर ही आदम जीवित होया ना, फिर ये जीवित प्राणी बनया ना, फिर ये अंगा च बल आया ना। हालेलुया। असि तेनू अंदर जान नहीं देंगे, ये लिखत नहीं है, ये सामर्थ है प्रभु दा, ये मसा है प्रभु दा, ये अभिषेक है परमेश्वर का। जब तुहाडी मरी हुई जिंदगी च जाएगा तो मरी हुई जिंदगी जी उठेगी। हालेलुया। हुण कहंदा संपूर्ण पवित्र शास्त्र परमेश्वर की प्रेरणा से रचा गया है। खुदा दी प्रेरणा नाल क्यों रचा गया? इनू परमेश्वर दे मन दे नाल रचा गया, इनू परमेश्वर दी योजना नाल रचा गया। की योजना है परमेश्वर दी? तुसी परमेश्वर दे योग्य चाल किवें चल सकदे हो, तुसी परमेश्वर की पहचान विच किवें वध सकदे हो, तुसी परमेश्वर के नेचर विच किवें वध सकदे हो, किवें परमेश्वर की महिमा तुहाडे अंदर आ सकदी है, सारा कुछ इहदे विच लिखा है। हालेलुया। किसी मनुख की बुद्धि नाल लिखे हुए शब्द नहीं। एक व्यक्ति बैठा अते अपनी बुद्धि नाल लिख रहा है, इतिहास ढूंढ के लिख रहा, ओदा नहीं है। इत्थे पवित्र आत्मा के द्वारा ये वचन लिखे गए। पवित्र आत्मा नूं पता है, कलाम कहता है परमेश्वर दा आत्मा परमेश्वर दीयां डूंघियां गल्लां नूं जांच लैंदा है, परमेश्वर दीयां गहरियां गल्लां दी पड़ताल कर लैंदा है परमेश्वर दा आत्मा। उसे आत्मा दी इच्छा दे नाल, उसे आत्मा ने ओदे रसूलां दे प्रेरितां दे अंदर, ओदे नबियां दे अंदर ये वचन पाए ते उन्हां ने लिख दिते। हालेलुया। इस तरह मेरे भैनों ते भरा, ये खुदा दी इच्छा दे नाल लिखिया हो गया। की परमेश्वर दी इच्छा है? तो आप पढ़ते हाँ, लिखा और उपदेश और समझने और सुधारने, धार्मिकता की शिक्षा के लिए लाभदायक है, ताकि परमेश्वर का जन सिद्ध बने। की बने? सिद्ध तुसी तपस्या करके नहीं, प्रार्थना करके सिद्ध नहीं बन सकते, ज्यादा उपवास प्रार्थना करके सिद्ध नहीं बन सकते। सिद्ध तुहानू बनाउणा है इस पवित्र कलाम ने, इस पवित्र वचन ने, जिहड़ा तुहाडे घरे दा पिया होया है पर वो बंद। हालेलुया। साडे घर च दा पिया होया है पर बंद। जानदे साडे मेरे चाचा जी सी, वो पढ़े लिखे नहीं सी, वो पढ़िया लिखिया नहीं सीगा, ओदी मिसेज भी नहीं पढ़े लिखे सीगे। उन्हां दा बेटा एक चिट्ठी पाउंदा हुंदा सी, उन्हां महीने दे विच 1-2 चिट्ठियां पाउंदा हुंदा सीगा। उन्हां ने लभना कोई ना कोई बंदा लभ जे, पढ़िया लिखिया बंदा लभ जे। मैं स्कूल गया हुंदा सी, जदों कोई नहीं सी लभदे, आखिर ते मेरे घरे चल के आण के बेटे सानू पढ़ के सुना के लिखिया दे विच। हालेलुया। अज असीं बहाना करदे जी सानू तां पढ़ना नहीं आउंदा। तुहाडा बेटा बाहर गया होवे किते, महीने बाद तुहानू चिट्ठी पाए, तुहानू चाह आएगा मैं दवा दवा सुना मेरे बेटे ने लिखिया की है, ते फिर उस पिता की गल क्यों पढ़ने विच तुसीं राजी नहीं? क्यों साडे अंदर दिलचस्पी नहीं आ? कोई पढ़िया लिखिया भाई है, बेटी है, बेटा है, ओदे कोले जाओ, बेटे मैनू पढ़ के सुनाए, दे विच लिखिया की है? इस विच उस परमेश्वर की पहचान लिखी है जिन्हें तुहानू रचिया। इस विच उस परमेश्वर के बारे लिखिया है जिन्हें तुहाडे अंगां नू रचिया, तुहानू बनाया, तुहाडे अंदर साफ फूकिया है, जिहड़ा तुहानू प्यार करदा है, जिन्हें अपने प्यार दीयां गल्लां इहदे विच लिख के तुहानू दित्तियां हैं। हालेलुया। मैं हैरान होना कई बारी, मैं सोचदा ना किन्ना उन्हां दे अंदर उत्साह होएगा अपने बेटे दीयां गल्लां सुनन वास्ते कि बेटा साडा की लिख रिहा साडे वास्ते। अज साडे अंदर उस पिता दे इस प्यार भरी किताब दे अंदर, इहनूं प्यार दा स्नेह भी कहा जांदा न्यू टेस्टामेंट नूं, इह च की है प्यार दा सुनेहा है कि खुदा तुहानू प्रेम करता है,
ਪਰਮੇਸ਼ਰ ਤੁਹਾਡੇ ਨਾਲ ਮੁਹੱਬਤ ਕਰਦਾ ਹੈ। ਅੱਜ ਇਸ ਪਿਆਰ ਦੇ ਸੁਨੇਹੇ ਦੀ ਲੋਕਾਂ ਨੂੰ ਲੋੜ ਹੈ। ਅੱਜ ਦੁਨੀਆ 'ਚ ਨਫ਼ਰਤ ਹੈ, ਝਗੜਾ ਹੈ। ਕੋਈ ਕਹਿੰਦਾ ਮੈਨੂੰ ਕੋਈ ਪਿਆਰ ਕਰਨ ਵਾਲਾ ਨਹੀਂ, ਨਾ ਮੰਮੀ ਕਰਦੀ ਨਾ ਡੈਡੀ ਕਰਦਾ। ਕੋਈ ਕਹਿੰਦਾ ਪਤੀ ਨਹੀਂ ਕਰਦਾ, ਕੋਈ ਕਹਿੰਦਾ ਭੈਣ ਕਹਿੰਦੀ ਮੇਰਾ ਪਤੀ ਨਹੀਂ ਕਰਦਾ, ਕੋਈ ਭਾਈ ਕਹਿੰਦਾ ਮੇਰੀ ਪਤਨੀ ਮੈਨੂੰ ਪਿਆਰ ਨਹੀਂ ਕਰਦੀ। ਰੱਬ ਹਾਲੇਲੂਇਆ। ਪਿਆਰ ਦੇ ਸੁਨੇਹੇ 'ਚ ਸਾਮਰਥ ਹੈ। ਪਿਆਰ ਦਾ ਸੁਨੇਹਾ ਪੜੋਗੇ ਤੁਹਾਡੇ ਅੰਦਰ ਪ੍ਰੇਮ ਆਏਗਾ। ਜਿਹੜਾ ਜਿਹੜਾ ਵਿਅਕਤੀ ਨੂੰ ਪੜੇਗਾ ਉਹਦੇ ਅੰਦਰ ਅੰਦਰ ਇਹ ਪ੍ਰੇਮ ਆਈ ਜਾਏਗਾ। ਰੱਬ ਹਾਲੇਲੂਇਆ। ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਕਿ ਜੋ ਵਿਅਕਤੀ ਪਿਆਰ ਦੇ ਸੁਨੇਹੇ ਨੂੰ ਪੜਦਾ ਹੈ ਉਹਦੇ ਅੰਦਰ ਪਿਆਰ ਪੈਦਾ ਹੋ ਜਾਂਦਾ ਹੈ। ਰੱਬ ਹਾਲੇਲੂਇਆ। ਇਹਨੂੰ ਪੜਨਾ ਹੈ, ਸੁਬਹ ਪੜਨਾ ਹੈ, ਸ਼ਾਮ ਪੜਨਾ ਹੈ, ਹੋ ਸਕੇ ਫ੍ਰੀ ਆ ਤਾਂ ਦੁਪਹਿਰੇ ਵੀ ਪੜਨਾ। ਇੱਕ ਪ੍ਰਭੂ ਦੇ ਦਾਸ ਦੀ ਮੈਂ ਗਵਾਹੀ ਸੁਣ ਰਿਹਾ ਸੀ, ਕਹਿੰਦਾ ਜਦੋਂ ਮੈਂ ਸੁਬਹ ਉੱਠਦਾ ਹਾਂ ਇਸ ਤੋਂ ਪਹਿਲਾਂ ਕਿ ਦੁਨੀਆ ਦੀਆਂ ਗੱਲਾਂ ਮੇਰੇ ਮਨ ਤੇ ਹਮਲਾ ਬੋਲਣ, ਮੈਂ ਸਭ ਤੋਂ ਜ਼ਿਆਦਾ ਪਰਮੇਸ਼ਰ ਦੇ ਵਚਨ ਨੂੰ ਆਪਣੇ ਮਨ 'ਚ ਭਰ ਲੈਣਾ। ਹਾਲੇਲੂਇਆ। ਜਦੋਂ ਰਾਤ ਸੌਂ ਕੇ ਉੱਠਦੇ ਆਪਣਾ ਮਨ ਬਿਲਕੁਲ ਫਰੈਸ਼ ਹੁੰਦਾ ਹੈ, ਮਨ ਬਿਲਕੁਲ ਖਾਲੀ ਹੁੰਦਾ ਹੈ। ਫਿਰ ਜਦੋਂ ਬਿਨਾਂ ਵਚਨ ਪੜ੍ਹੇ ਆਪਾਂ ਦੁਨੀਆ 'ਚ ਵਿਚਰਦੇ ਆ, ਉੱਠਦੇ ਆ, ਦੁਨੀਆ 'ਚ ਆਉਂਦੇ ਜਾਂਦੇ ਆ, ਤਾਂ ਫਿਰ ਸੰਸਾਰ ਦੀਆਂ ਗੱਲਾਂ ਮਨ 'ਚ ਭਰੀਚ ਜਾਂਦੀਆਂ ਗੀਆਂ। ਅਗਰ ਜੇ ਕੁਝ ਭਰਿਆ ਹੋਏਗਾ, ਪਹਿਲਾਂ ਹੀ ਵਚਨ ਭਰਿਆ ਹੋਏਗਾ, ਫਿਰ ਸੰਸਾਰ ਦੀਆਂ ਗੱਲਾਂ ਇਹਦੇ ਵਿੱਚ ਆਉਣਗੀਆਂ ਨਹੀਂ। ਇਸੇ ਲਈ ਸਵੇਰ ਉੱਠਦੇ ਸਾਰ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਵਚਨ ਲੱਭੋ, ਕਿੱਥੇ ਪਿਆ ਉਹਨੂੰ ਪੜੋ। ਹਾਲੇਲੂਇਆ। ਉੱਠਦੇ ਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਪਰਮੇਸ਼ਰ ਦੇ ਵਚਨ ਨੂੰ ਪੜੋ। ਜਾਂਦੇ ਬਹੁਤ ਸਾਰੇ ਭੈਣ ਭਾਈ ਪਾਸਟਰ ਜੀ ਅਸੀਂ ਰਾਤ ਨੂੰ ਸੌਂਦੇ ਆ, ਸਾਨੂੰ ਬੜੇ ਡਰਾਉਣੇ ਸੁਪਨੇ ਆਉਂਦੇ ਆ। ਮੈਂ ਕਹਿੰਦਾ ਵਚਨ ਪੜੋ, ਵਚਨ ਪੜੋ। ਪੜ੍ਹ ਕੇ ਜੇ ਸੌਵੋਗੇ ਤੁਹਾਡੇ ਮਨ 'ਚ ਵਚਨ ਹੋਣਗੇ, ਉਹ ਤੁਹਾਡਾ ਸਾਰਾ ਧਿਆਨ ਇਹਨਾਂ ਵਚਨਾਂ ਉੱਤੇ ਲੱਗਾ ਰਹੇਗਾ। ਹਾਲੇਲੂਇਆ। ਤੁਹਾਨੂੰ ਪਤਾ ਹੈ ਇਸ ਧਰਤੀ ਦੇ ਉੱਪਰ ਜਿਹੜੀ ਦੂਸਰੀ ਸਾਮਰਥ ਹੈ, ਜਿਹਨੂੰ ਸ਼ੈਤਾਨ ਦੀ ਤਾਕਤ ਕਹਿੰਦੇ ਆ ਜਾਂ ਜਗਤ ਦਾ ਈਸ਼ਵਰ ਵੀ ਉਹਨੂੰ ਕਹਿੰਦੇ ਆ, ਅਗਰ ਉਹਨੂੰ ਅਸੀਂ ਹਰਾਉਣਾ ਹੈ ਤਾਂ ਬਿਨਾਂ ਪਰਮੇਸ਼ਰ ਦੇ ਵਚਨ ਨੂੰ ਪੜ੍ਹੇ, ਬਿਨਾਂ ਪਰਮੇਸ਼ਰ ਦਾ ਵਚਨ ਅਸੀਂ ਹਾਸਲ ਕੀਤੇ, ਅਸੀਂ ਸ਼ੈਤਾਨ ਨੂੰ ਹਰਾ ਨਹੀਂ ਪਾਵਾਂਗੇ। ਹਾਲੇਲੂਇਆ। ਵਚਨ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰੇ ਭੈਣੋ ਤੇ ਭਰਾਵੋ। ਆ ਜਿੰਨੇ ਵੀ ਬਾਈਬਲ ਦੇ ਵਿੱਚ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਉੱਚਾ ਅਹੁਦਾ ਹਾਸਲ ਕੀਤਾ ਜਾਂ ਜਿੱਤ ਪ੍ਰਾਪਤ ਕੀਤੀ ਆ, ਤਾਂ ਉਹ ਖੁਦਾ ਦੇ ਵਚਨ ਦੇ ਨਾਲ। ਕਿੱਦਾਂ ਕੀਤੀ ਆ? ਖੁਦਾ ਦੇ ਵਚਨ ਦੇ ਨਾਲ ਉਹਨਾਂ ਨੇ ਕੀਤੀ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦੇ ਵਚਨ ਦੇ ਕਾਰਨ ਉਹਨਾਂ ਨੇ ਕੀ ਕੀਤੀ ਆ? ਜਿੱਤ। ਹੁਣ ਮੰਨ ਕੇ ਚਲੋ ਅਗਰ ਪਰਮੇਸ਼ਰ ਨੇ ਪੂਰੀ ਮਿਹਨਤ ਕੀਤੀ, ਮਿੱਟੀ ਨੂੰ ਗੋਇਆ, ਬਹੁਤ ਅੱਛਾ ਇੱਕ ਪੁਤਲਾ ਬਣਾ ਦਿੱਤਾ, ਪੂਰਾ ਆਦਮ ਤਿਆਰ ਕਰ ਦਿੱਤਾ। ਹਾਲੇਲੂਇਆ। ਸੋਚ ਕੇ ਦੇਖੋ, ਜੇ ਅੱਜ ਦੇ ਦਿਨ ਤੱਕ ਪਰਮੇਸ਼ਰ ਨੇ ਉਹਦੇ ਅੰਦਰ ਸਾਹ ਨਾ ਪਾਇਆ ਹੁੰਦਾ ਤਾਂ ਉਹ ਮਿੱਟੀ ਸੀ। ਕੀ ਸੀਗੀ? ਉਹ ਮਿੱਟੀ ਸੀਗੀ। ਜੇ ਅੱਜ ਤੱਕ ਤੁਹਾਡੇ ਅੰਦਰ ਇਹ ਵਚਨ ਨਹੀਂ ਨਾ, ਸਮਝੋ ਮਿੱਟੀ ਹੋ ਤੁਸੀਂ। ਇਹ ਜਦ ਵਚਨ ਜਾਏਗਾ ਫਿਰ ਤੁਹਾਡੇ ਅੰਦਰ ਜੀਵਨ ਪ੍ਰਵੇਸ਼ ਕਰੇਗਾ। ਵਚਨ ਦੇ ਬਿਨਾਂ ਕੁਝ ਨਹੀਂ ਹੋਏਗਾ। ਹਾਲੇਲੂਇਆ। ਠੀਕ ਹੈ, ਤੁਸੀਂ ਪ੍ਰਾਰਥਨਾ ਕਰਦੇ ਹੋ, ਬਹੁਤ ਵਧੀਆ ਗੱਲ ਹੈ, ਅੱਛੀ ਗੱਲ ਹੈ, ਜ਼ਿਆਦਾ ਪ੍ਰਾਰਥਨਾ ਕਰ ਰਹੇ ਹੋ। ਅਗਰ ਬਾਈਬਲ ਨਹੀਂ ਪੜ੍ਹ ਰਹੇ ਤਾਂ ਤੁਸੀਂ ਮੇਨ ਹਿੱਸਾ ਖੋ ਰਹੇ ਹੋ ਆਪਣਾ। ਹਾਲੇਲੂਇਆ। ਬਾਈਬਲ ਤੁਹਾਨੂੰ ਪਤਾ ਹੈ ਬਿਨਾਂ ਵਚਨ ਦੇ ਕੁਝ ਵੀ ਨਹੀਂ ਹੈ। ਪਰਮੇਸ਼ਰ ਦਾ ਆਤਮਾ ਪਾਣੀਆਂ ਉੱਤੇ ਆਉਂਦਾ ਸੀਗਾ, ਮੰਡਰਾਉਂਦਾ ਰਿਹਾ, ਕੁਝ ਹੋਇਆ ਨਹੀਂ ਹੋਇਆ। ਕਿਦਨ ਹਲਚਲ ਹੋਈ? ਜਿੱਦਨ ਵਚਨ ਆਇਆ। ਜਿੱਦਨ ਕੀ ਹੋਇਆ? ਪਰਮੇਸ਼ਰ ਨੇ ਕਿਹਾ, ਆਪਣਾ ਵਚਨ ਭੇਜਿਆ, ਪਾਣੀ, ਆਕਾਸ਼ ਦੇ ਪਾਣੀ ਉੱਪਰ ਚਲੇ ਜਾਣ, ਧਰਤੀ ਦਾ ਪਾਣੀ ਇੱਕ ਜਗ੍ਹਾ ਤੇ ਇਕੱਠਾ ਹੋ ਜਾਏ। ਹਲਚਲ ਹੋ ਗਈ ਉਸੇ ਵੇਲੇ। ਜਦੋਂ ਵਚਨ ਆ ਜਾਂਦਾ ਹੈ ਤਾਂ ਵਚਨ ਜਿਹੜਾ ਹੈ ਉਹ ਰਚਨਾ ਕਰਦਾ ਹੈ। ਹਾਲੇਲੂਇਆ। ਵਚਨ ਜਿਹੜਾ ਹੈ ਉਹੀ ਕ੍ਰੀਏਟ ਕਰਦਾਗਾ, ਉਹੀ ਬਣਾਉਂਦਾਗਾ। ਉਹਨੇ ਹੀ ਪਾਣੀ ਵੱਖ ਕੀਤੇ ਆ। ਹਾਲੇਲੂਇਆ। ਜਿੰਨਾ ਚਿਰ ਵਚਨ ਨਹੀਂ ਆ ਉਹਨਾਂ ਚਿਰ ਹੋਲੀ ਸਪਿਰਿਟ ਕੁਝ ਨਹੀਂ ਕਰ ਸਕਦਾ। ਹਾਲੇਲੂਇਆ। ਜਿੰਨਾ ਚਿਰ ਤੁਹਾਡੇ ਕੋਲੇ ਵਚਨ ਨਹੀਂ ਹੈ ਨਾ, ਉਹਨਾਂ ਚਿਰ ਪਵਿੱਤਰ ਆਤਮਾ ਕੁਝ ਵੀ ਉਹਨਾਂ ਚਿਰ ਪਵਿੱਤਰ ਆਤਮਾ ਕੁਝ ਨਹੀਂ ਕਰਦਾਗਾ। ਪਵਿੱਤਰ ਆਤਮਾ ਨੇ ਅਗਰ ਕੰਮ ਕਰਨਾ ਹੈ ਤਾਂ ਪਵਿੱਤਰ ਆਤਮਾ ਨੂੰ ਕੰਮ ਕਰਨ ਦੇ ਵਾਸਤੇ ਵਚਨ ਦੀ ਲੋੜ ਪੈਗੀ। ਕਿਹਦੀ ਲੋੜ ਪੈਗੀ? ਉਹੀ ਵਚਨ ਜਿਹੜਾ ਅਸੀਂ ਪੜ੍ਹਦੇ ਨਹੀਂ। ਪਾਸਟਰ ਜੀ ਵਚਨ ਪੜ੍ਹਨ ਨੂੰ ਦਿਲ ਨਹੀਂ ਕਰਦਾ। ਹਾਲੇਲੂਇਆ। ਅਸੀਂ ਵਚਨ ਪੜ੍ਹਦੇ ਨਾ, ਨੀਂਦ ਆਉਂਦੀ ਹੈ।
क्यों आएगी? नींद का कोई काम नहीं है ਤੁਹਾਡੇ ਜੀਵਨ 'ਚ, ਆਲਸ ਦਾ ਕੋਈ ਕੰਮ ਨਹੀਂ ਹੈ ਤੁਹਾਡੇ ਜੀਵਨ 'ਚ। ਜੇਕਰ ਤੁਸੀਂ ਸੱਚੀ ਇਸ ਨੂੰ ਪ੍ਰੇਮ ਕਰਦੇ ਹੋ, ਜੇ ਤੁਸੀਂ ਸੱਚੀ ਇਹਨੂੰ ਪਿਆਰ ਕਰਦੇ ਹੋ ਤਾਂ ਹਾਲੇਲੂਇਆ। नींद का की काम है? दोबारा पढ़ांगे दूसरा तिमोथियुस 3:16 वचन पंजाबी च। ਸਾਰੀ ਲਿਖਤ ਪਰਮੇਸ਼ਰ ਦੀ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਜਾਉਣ ਲਈ ਗੁਣਕਾਰ ਹੈ, ਭਈ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰ ਇੱਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ। आमीन। ताकि परमेश्वर का जन सिद्ध बने। सिद्ध बनना मतलब चाल चलन परमेश्वर के योग हो जाना। हालेलुया। जब एक भैन या भाई का चाल चलन परमेश्वर के योग हो जाता है तो वह भैन वो भाई की बन जाता है, सिद्ध व्यक्ति बन जाता है। हुण सिद्ध बनोगे किवें? कलाम कहता है इस वचन के द्वारा, इस वचन के द्वारा। ये वचन सानू ताड़ना दिंदा है, सिक्ख्या दिंदा है और साडा सुधार करता है। हालेलुया। कलाम दे विच लिखिया है ज़बूरा दी पोथी 119 अध्याय दे विच, उत्ते वचन लिखिया है कहंदा जवान अपनी चाल नूं किवें शुद्ध करे। इस वचन तो पढ़ांगे आपां 119 ज़बूर नौ वचन पढ़ो कोई भी जी ना। 119 का 9 वचन। ਜਵਾਨ ਕਿੱਦਾਂ ਆਪਣੀ ਚਾਲ ਵਿੱਚ ਸ਼ੁੱਧ ਰੱਖੇ, ਉਹ ਤੇਰੇ ਵਚਨ ਦੇ ਅਨੁਸਾਰ ਉਹਦੀ ਚੌਕਸੀ ਕਰੇ। आमीन। हुण एक जवान भैन है, जवान भाई है, बेटी है, बेटा है, ਉਹਨੇ ਆਪਣੀ ਚਾਲ ਨੂੰ ਕਿਵੇਂ ਸ਼ੁੱਧ ਕਰਨਾ ਹੈ? दाऊद लिखता है और तेरे वचन के अनुसार सावधान रहे। किदे अनुसार? वचन के अनुसार। हालेलुया। अगर कोई नौजवान भैन भाई बेटा बेटी वचन नहीं ना पढ़ता तो ਉਹਦੀ ਚਾਲ ਚੱਲਣ ਕਿਵੇਂ ਸ਼ੁੱਧ ਹੋ ਸਕਦੀ ਹੈ? बिना वचन दे ਤੁਹਾਡੀ ਜਿਹੜੀ ਚਾਲ ਚੱਲਣ ਹੈ ਉਹਦੇ ਅੰਦਰ ਸ਼ੁੱਧਤਾ ਨਹੀਂ ਹੋਏਗੀ। ਆਪਾਂ ਪੜ ਰਹੇ ਹਾਂ ਵਚਨ ਚ ਕਹਿੰਦਾ ਤੁਹਾਡਾ ਚਾਲ ਚੱਲਣ ਕਿਹਦੇ ਯੋਗ ਹੋਵੇ? ਪਰਮੇਸ਼ਵਰ ਦੇ। ਪਰਮੇਸ਼ਵਰ ਕੀ ਆ? ਸ਼ੁੱਧ। ਤੁਹਾਡਾ ਚਾਲ ਚੱਲਣ ਸ਼ੁੱਧ ਕਿਵੇਂ ਹੋਏਗਾ? ਵਚਨ ਦੇ ਦੁਆਰਾ। ਹਾਲੇਲੂਇਆ। वचन ਤੁਹਾਨੂੰ ਸਿਖਾਏਗਾ ਹਰਾਮਕਾਰੀ ਨਹੀਂ ਕਰਨੀ, वचन ਤੁਹਾਨੂੰ ਸਿਖਾਏਗਾ ਵਿਭਚਾਰ ਨਹੀਂ ਕਰਨਾ। ਹਾਲੇਲੂਇਆ। वचन ਤੁਹਾਨੂੰ ਸਿਖਾਏਗਾ ਕਿਸੇ ਨੂੰ ਗੰਦੀ ਨਜ਼ਰ ਨਾਲ ਦੇਖਣਾ ਨਹੀਂ ਹੈ, ਕਿਸੇ ਦੇ ਪ੍ਰਤੀ ਗੰਦੇ ਖਿਆਲ ਨਹੀਂ ਮਨ ਵਿੱਚ ਲੈ ਕੇ ਆਉਣੇ। ਕੌਣ ਸਿਖਾਏਗਾ? वचन ਸਿਖਾਏਗਾ ਜਿਹੜਾ ਸਾਡੇ ਘਰਾਂ ਦੇ ਵਿੱਚ ਪਿਆ ਹੋਇਆ। ਹਾਲੇਲੂਇਆ। ਇਸੇ वचन ਨੇ ਤੁਹਾਨੂੰ ਪਵਿੱਤਰ ਕਰਨਾ ਹੈ ਨਾ, ਇਸੇ वचन ਨੇ ਤਾਂ ਤੁਹਾਡੀ ਲਾਈਫ ਨੂੰ ਸ਼ੁੱਧ ਕਰਨਾ ਹੈ, ਪਵਿੱਤਰ ਕਰਨਾ ਹੈ। ਜੇਕਰ ਇਹ ਤੁਸੀਂ ਪੜ੍ਹਦੇ ਨਹੀਂ ਹੋ, ਇਹਦੇ ਉੱਪਰ ਚਿੱਤ ਨਹੀਂ ਲਾ ਰਹੇ, ਇਹਦੇ ਉੱਪਰ ਮਨ ਨਹੀਂ ਲਾ ਰਹੇ, ਤਾਂ ਫਿਰ ਚਾਲ ਚੱਲਣ ਦੇ ਵਿੱਚ ਕੀ ਹੋ ਜਾਏਗੀ? ਗੜਬੜੀ ਹੋ ਜਾਏਗੀ। ਹਾਲੇਲੂਇਆ। ਹਾਲੇਲੂਇਆ। दाऊद इस भजन लिखता कहना जवान अपनी चाल को कैसे, किस उपाय से, कहना की उपाय है, केड़ा तरीका हैगा कि एक जवान अपनी चाल को शुद्ध बनावे? उपाय। हालेलुया। फिर अगले वचन में लिखता है तेरे वचन के अनुसार सावधान रहने से। किदे वचन के अनुसार? परमेश्वर के वचन के अनुसार। सावधान का मतलब चेतावनी भरा जीवन व्यतीत करना। हालेलुया। सावधान रहना मतलब मेरे कोलों किसी को बुरा देखा ना जाए, मेरे मन च किसी के प्रति बुरे ख्याल ना आउण, मेरी अखां किसी को गलत तरीके नाल ना देखण। तुहानूं पता है अयूब जदों प्रार्थना कर रहा है, अयूब कह रहा है कहंदा मैं परमेश्वर नाल नेम बन लिया, मेरी अखां किसी स्त्री नूं गलत नजर नाल नहीं देखणगी। हालेलुया। दाऊद भी कहता है, कहता हे परमेश्वर मेरियां अखां नूं पवित्र कर, मेरियां अखां नक दी सेध देखण। हालेलुया। किवें किवें एक बेटी एक बेटा अपना चाल चलन शुद्ध कर सकता है? बिना परमेश्वर दा वचन पढ़े तुसी अपनी चाल नूं शुद्ध नहीं बना सकते। वचन तुहानूं सिखाएगा, वचन तुहानूं चलाएगा, वचन दसेगा किस तरह जीना है। हालेलुया। दोबारा पढ़ दो 9 नूं।
ਜਵਾਨ ਕੀਤਾ ਆਪਣੀ ਜਾਨ ਨੂੰ ਸੁਧ ਰੱਖੇ, ਉਹ ਤੇਰੇ ਵਚਨ ਦੇ ਅਨੁਸਾਰ ਉਹਦੀ ਚੌਕਸੀ ਕਰੇ। ਆਮੀਨ। ਕਿਹਦੇ ਵਚਨ ਦੇ ਅਨੁਸਾਰ? ਪਰਮੇਸ਼ਰ ਦੇ ਵਚਨ। 11 ਵਚਨ ਵੀ ਪੜੋ। ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮ੍ਹਾਂ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰਾਂ। ਆਮੀਨ। ਹੁਣ ਸਵੇਰ ਉੱਠਦੇ ਆ, ਸਵੇਰ ਉੱਠਦੇ ਸਾਰ ਆਪਾਂ ਮੋਬਾਈਲ ਚੈੱਕ ਕਰਦੇ ਆ, ਮੋਬਾਈਲ ਦੇ ਵਿੱਚ ਮੈਸੇਜ ਚੈੱਕ ਕਰਦੇ ਆ, ਔਰ ਜਮ੍ਹਾਂ ਕੀ ਕਰ ਰਹੇ ਆ? ਕਬਾੜ ਜਮ੍ਹਾਂ ਕਰ ਰਹੇ ਅੰਦਰ, ਦੁਨੀਆ ਭਰ ਦੀਆਂ ਪਰੇਸ਼ਾਨੀਆਂ ਜਮ੍ਹਾਂ ਕਰ ਰਹੇ ਅੰਦਰ। ਹਾਲੇਲੂਇਆ। ਦੁਨੀਆ ਭਰ ਦੀਆਂ ਟੈਨਸ਼ਨਾਂ ਕਿਸੇ ਨੇ ਪਾ ਦਿੱਤੀ, YouTube ਤੇ ਪਾਤੀ, WhatsApp ਤੇ ਪਾਤੀ, Facebook ਤੇ ਪਾਤੀਆਂ ਆਪਣੀਆਂ ਪਰੇਸ਼ਾਨੀਆਂ। ਉਹ ਸਾਰੀਆਂ ਪਰੇਸ਼ਾਨੀਆਂ ਦਾ ਮਨ ਭਰਿਆ ਹੋਇਆ ਹੈ, ਤੇ ਫਿਰ ਪਾਪ ਕਰਨ ਤੋਂ ਰੁਕੋਗੇ ਕਿਵੇਂ? ਅਗਰ ਚਾਹੁੰਦੇ ਹੋ ਤੁਹਾਡੀਆਂ ਅੱਖਾਂ ਗਲਤ ਨਾ ਦੇਖਣ, ਤੁਹਾਡੇ ਹੱਥ ਜਿਹੜੇ ਗਲਤ ਕੰਮ ਨਾ ਕਰਨ, ਤੁਹਾਡਾ ਮੂੰਹ ਗਲਤ ਕੰਮ ਨਾ ਕਰੇ, ਵਚਨ ਆਪਣੇ ਅੰਦਰ ਜਮਾ ਕਰੋ। ਕੀ ਜਮਾ ਕਰਨਾ ਹੈ? ਫਿਲਮਾਂ ਜਮਾ ਨਹੀਂ ਕਰਨੀਆਂ, ਗੰਦੇ ਗਾਣੇ ਨਹੀਂ ਜਮਾ ਕਰਨੇ। ਹਾਲੇਲੂਇਆ। सीरियल अंदर जमा नहीं करना, चुगली निंदे अंदर जमा नहीं करने की। ताही परमेश्वर के दास जी ਨੂੰ ਗਵਾਹੀ ਬਹੁਤ ਵਧੀਆ ਲੱਗੀ। ਕਹਿੰਦਾ ਇਸ ਤੋਂ ਪਹਿਲਾਂ ਕਿ ਸੰਸਾਰ ਦੀਆਂ ਗੱਲਾਂ ਮੇਰੇ ਮਨ ਵਿੱਚ ਆਉਣ, ਮੈਂ ਆਪਣੇ ਮਨ ਨੂੰ ਪਹਿਲਾਂ ਹੀ ਵਚਨਾਂ ਕੁੱਟ-ਕੁੱਟ ਕੇ ਭਰ ਲੈਣਾਗਾ। ਇੰਨਾ ਭਰ ਲੈਣਾ ਹੈ ਕਿ ਜਦ ਸੰਸਾਰ ਦੀਆਂ ਗੱਲਾਂ ਆਉਣ ਤਾਂ ਅੰਦਰ ਜਗ੍ਹਾ ਬਾਕੀ ਨਾ ਹੋਵੇ। ਹਾਲੇਲੂਇਆ। ਆਹੀ ਪ੍ਰੋਬਲਮ ਹੈ ਸਾਡੇ। एक जवान अपनी चाल ਨੂੰ ਕਿਵੇਂ ਸ਼ੁੱਧ ਕਰੇ? ਕਹਿੰਦਾ ਤੇਰੇ ਵਚਨ ਦੇ ਅਨੁਸਾਰ। ਹਾਲੇਲੂਇਆ। ਜਵਾਨ ਬੇਟੇ ਬੇਟੀ ਜਿਹੜੇ ਪੜੇ, ਜਿਨ੍ਹਾਂ ਦੀ ਸ਼ਾਦੀ ਨਹੀਂ, ਹੱਥ ਖੜਾ ਕਰੀਏ। ਕਿੰਨੇ? ਜਿਨ੍ਹਾਂ ਦੀ ਸ਼ਾਦੀ ਨਹੀਂ ਹੋਈ ਹੱਥ ਖੜਾ ਕਰੀਏ। ਉੱਚਾ ਸਾਰਾ ਕਰੋ ਨਾ, ਇੰਨਾ ਕਰ ਰਹੇ ਹੋ, ਸੰਗ ਲੱਗ ਰਹੀ, ਸਾਰਾ ਕਰੋ। ਹਾਂ, ਕੀ ਸਾਰੇ ਵਚਨ ਪੜ੍ਹਦੇ ਹੋ? ਜਿਹੜੇ ਵਚਨ ਪੜ੍ਹਦੇ ਹੋ ਹੱਥ ਖੜਾ ਰੱਖੋ, ਜਿਹੜੇ ਵਚਨ ਨਹੀਂ ਪੜ੍ਹਦੇ ਹੋ ਹੱਥ ਨੀਵਾਂ ਕਰ ਲਓ। ਜਿਹੜੇ ਵਚਨ, ਮੈਂ ਕੁਆਰੇ ਬੇਟੇ ਬੇਟੀ ਦੀ ਗੱਲ ਕਰ, ਜਿਹੜੇ ਵਚਨ ਪੜ੍ਹਦੇ ਹੋ ਹੱਥ ਖੜਾ ਰੱਖੋ। बाकी हालेलुया। आही प्रॉब्लम ਇੱਥੇ ਪ੍ਰੋਬਲਮ। ਵਚਨ ਨਹੀਂ ਪੜਦੇ ਕਿ ਫਿਰ ਪਾਸਟਰ ਜੀ ਸਾਡਾ ਧਿਆਨ ਨਾ ਭਟਕ ਰਿਹਾਗਾ, ਪਾਸੀ ਸਾਡਾ ਨਾ ਮਨ ਪ੍ਰਾਰਥਨਾ 'ਚ ਨਹੀਂ ਲੱਗ ਰਿਹਾਗਾ, ਸਾਡਾ ਮਨ ਚਰਚ ਆਉਣ ਨੂੰ ਨਹੀਂ ਕਰ ਰਿਹਾਗਾ। ਅਸੀਂ ਪ੍ਰਾਰਥਨਾ ਕਰਦੇ ਆਂ, ਪਾਸੀ ਪ੍ਰਾਰਥਨਾ ਨਹੀਂ ਹੋ ਰਹੀ, ਸਾਡਾ ਨਾ ਧਿਆਨ ਹੋਰ ਪਾਸੇ ਜਾ ਰਿਹਾ। ਜਾਏਗਾ ਜੇਕਰ ਇਹ ਵਚਨ ਤੁਹਾਡੇ ਕੋਲੇ ਹੈ, ਇਹ ਵਚਨ ਤੁਹਾਡੇ ਘਰੇ ਪਿਆ ਹੋਇਆ ਹੈ, ਬੰਦ ਕਰਕੇ ਰੱਖਿਆ ਹੋਇਆ ਹੈ, ਪੜ ਨਹੀਂ ਰਹੇ, ਤੁਸੀਂ ਆਪਣੇ ਚਾਲ ਚੱਲ ਨੂੰ ਖਰਾਬ ਕਰ ਰਹੇ ਹੋ ਔਰ ਆਪਣੇ ਦਿਮਾਗ ਨੂੰ ਸੰਸਾਰਿਕ ਚੀਜ਼ਾਂ ਨਾਲ ਭਰ ਰਹੇ ਹੋ। ਅੱਜ ਤੋਂ ਸ਼ੁਰੂ ਕਰ ਦੋ। ਹਾਲੇਲੂਇਆ। ਜਿਹੜੇ ਨਹੀਂ ਬਾਈਬਲ ਪੜ ਰਹੇ, ਅੱਜ ਤੋਂ ਸ਼ੁਰੂ ਕਰੋ, ਅੱਜ ਤੋਂ ਸ਼ੁਰੂ ਕਰੋ। ਚਾਹੁੰਦੇ ਹੋ ਤੁਹਾਡਾ ਚਾਲ ਚੱਲਣ ਬਦਲੇ? ਆਪਣੀ ਜ਼ਿੰਦਗੀ ਕਾਮਯਾਬ ਬਣਨਾ ਚਾਹੁੰਦੇ ਹੋ? ਚਾਹੁੰਦੇ ਹੋ ਕਿ ਤੁਸੀਂ ਇੱਕ ਅੱਛੇ ਇਨਸਾਨ ਬਣੋ, ਉਹ ਇੱਕ ਸਫਲ ਵਿਅਕਤੀ ਬਣੋ? ਅੱਜ ਤੋਂ ਪਰਮੇਸ਼ਰ ਦੇ ਵਚਨ ਨੂੰ ਪਿਆਰ ਕਰੋ, ਇਹਨੂੰ ਪੜੋ। ਇਹ ਤੁਹਾਡੇ ਜੀਵਨ ਨੂੰ ਪਵਿੱਤਰ ਕਰੇਗਾ, ਤੁਹਾਡਾ ਦੇਖਣਾ ਪਵਿੱਤਰ ਕਰੇਗਾ, ਤੁਹਾਡੀ ਸੋਚ ਨੂੰ ਪਵਿੱਤਰ ਕਰੇਗਾ। ਹਾਲੇਲੂਇਆ। ਤੁਹਾਡੇ ਚਾਲ ਚੱਲਣ 'ਚ ਬਦਲਾਵ ਆਏਗਾ। ਤੁਹਾਡੀ ਜ਼ਿੰਦਗੀ ਜੋ ਕਮੀ ਪਾਈ ਜਾਂਦੀ ਹੈ ਨਾ, ਤੁਸੀਂ ਪ੍ਰਾਰਥਨਾ ਕਰੋਗੇ ਪ੍ਰਭੂ ਆਪਣੇ ਵਚਨ ਦੇ ਨਾਲ ਮੇਰੇ ਨਾਲ ਗੱਲ ਕਰ, ਔਰ ਖੁਦਾ ਤੁਹਾਡੇ ਕੋਲ ਵਚਨ ਲੈ ਕੇ ਆਏਗਾ। ਅਗਰ ਝੂਠ ਬੋਲਣ ਦੀ ਆਦਤ ਹੈ ਤਾਂ ਪਰਮੇਸ਼ਰ ਦਾ ਵਚਨ ਤੁਹਾਨੂੰ ਦੱਸੇਗਾ ਝੂਠ ਨਾ ਬੋਲ। ਖੁਦਾ ਨਾਲ ਗੱਲ ਕਰੋਗੇ ਤਾਂ ਹੀ ਹੈ ਨਾ। ਪ੍ਰਭੂ ਮੇਰੇ ਨਾਲ ਗੱਲ ਨਹੀਂ ਕਰਦਾ, ਪ੍ਰਭੂ ਮੇਰੇ ਨਾਲ ਗੱਲ ਨਹੀਂ ਕਰਦਾ, ਪ੍ਰਭੂ ਅੱਜ ਮੇਰੇ ਨਾਲ ਰਾਤ ਨੂੰ ਗੱਲ ਕਰ। ਪ੍ਰਭੂ ਕਹਿੰਦਾ ਮੈਂ ਬਾਈਬਲ ਦਿੱਤੀ ਇਸੇ ਕਰਕੇ, ਮੇਰੀਆਂ ਹੀ ਗੱਲਾਂ ਹੈ, ਕਿਸੇ ਹੋਰ ਦੀਆਂ ਨਹੀਂ ਆ। ਰੋਜ਼ ਮੇਰੇ ਨਾਲ ਗੱਲ ਕਰ। ਹਾਲੇਲੂਇਆ। ਖੁਦਾ ਨਾਲ ਗੱਲ ਨਹੀਂ ਨਾ ਕਰ ਰਹੇ। ਜਿੰਨਾ ਚਿਰ ਉਹਦਾ ਲਿਖਤੀ ਵਚਨ ਤੁਸੀਂ ਨਹੀਂ ਪੜ੍ਹਦੇ, ਉਹਨੂੰ ਮੰਨਣ ਨਹੀਂ ਕਰਦੇ, ਚੱਲਦੇ ਨਹੀਂ ਆ, ਖੁਦਾ ਤੁਹਾਡੇ ਨਾਲ ਡਾਇਰੈਕਟ ਗੱਲ ਨਹੀਂ ਕਰੇਗਾ। ਇਸ ਗੱਲ ਨੂੰ ਨੋਟ ਕਰ ਲਓ। ਹਾਲੇਲੂਇਆ। ਤੁਹਾਡੇ ਕੋਲੇ ਵਚਨ ਹੈ, ਤੁਹਾਡੇ ਕੋਲੇ ਬਾਈਬਲ ਹੈ? ਅਗਰ ਨਹੀਂ ਬਾਈਬਲ ਹੈ, ਅੱਜ ਮੈਨੂੰ ਦੱਸੋ, ਆਪਣਾ ਨਾਮ ਲਿਖਾਓ, ਮੈਂ ਬਾਈਬਲ ਤੁਹਾਨੂੰ ਲੈ ਦਿਆਂਗਾ ਔਰ ਬਾਈਬਲ ਨੂੰ ਪੜ੍ਹੋ। ਬਾਈਬਲ ਤੁਹਾਡਾ ਜੀਵਨ ਹੈ, ਬਾਈਬਲ ਤੁਹਾਨੂੰ ਇੱਕ ਸਫਲ ਵਿਅਕਤੀ ਬਣਾਏਗਾ, ਬਾਈਬਲ ਤੁਹਾਨੂੰ ਪਵਿੱਤਰਤਾ ਵਿੱਚ ਰਹਿਣਾ ਸਿਖਾਏਗਾ, ਬਾਈਬਲ ਦੇ ਅਨੁਸਾਰ ਹੀ ਤੁਸੀਂ ਇੱਕ ਅੱਛੇ ਵਿਅਕਤੀ ਬਣ ਸਕਦੇ ਹੋ, ਇਹਦੇ ਅਨੁਸਾਰ ਤੁਸੀਂ ਬੁੱਧੀ ਪ੍ਰਾਪਤ ਕਰ ਸਕਦੇ ਹੋ। ਕਹੋਤਾ ਇੱਕ ਦਾ ਇੱਕ ਵਚਨ ਪੜੋ, ਇੱਕ ਦਾ ਦੋ ਵਚਨ, ਇੱਕ ਦਾ ਦੋ। ਨੀਤੀ ਵਚਨ, ਹਿੰਦੀ ਵਿੱਚ ਨੀਤੀ ਵਚਨ, ਇੱਕ ਦਾ ਦੋ, ਪੰਜਾਬੀ ਚ ਕਹੋਤਾ ਇੱਕ ਦਾ ਦੋ। ਬੁੱਧ ਤੇ ਸਿੱਖਿਆ ਜਾਣ ਲਈ ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ, ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ ਨਿਆਂ ਦੇ ਇਨਸਾਫ ਵੀ, ਭੋਲਿਆਂ ਨੂੰ ਸਿਆਣਪ ਅਤੇ ਜਵਾਨ ਨੂੰ ਗਿਆਨ ਤੇ ਮਤ ਦੇਣ ਲਈ। ਜਵਾਨ ਨੂੰ ਗਿਆਨ ਤੇ ਮਤ ਦੇਣ ਲਈ, ਬੜੇ ਧਿਆਨ ਨਾਲ ਸੁਣੋ। ਕਹੌਤਾ ਜਿਹੜਾ ਹੈ ਨਾ, ਕਹੌਤਾ ਜਿਹੜੀ ਬੁੱਕ ਹੈ,
ਇਹ ਇੱਕ ਬੁੱਧੀ ਦੀ ਬੁੱਕ ਮੰਨੀ ਗਈ ਹੈ। ਜਿਸ ਵਿਅਕਤੀ ਨੇ ਇਸ ਨੂੰ ਰਚਿਆ ਹੈ ਨਾ, ਦੁਨੀਆ ਦਾ ਸਭ ਤੋਂ ਜ਼ਿਆਦਾ ਵੱਧ ਬੁੱਧੀਮਾਨ ਇਨਸਾਨ ਸੀਗਾ, ਉਹਦਾ ਨਾਮ ਸੁਲੇਮਾਨ ਸੀਗਾ। ਹਾਲੇਲੂਇਆ। ਹਾਲੇਲੂਇਆ। ਪ੍ਰਾਰਥਨਾ ਕਰ ਰਿਹਾ, ਪ੍ਰਭੂ ਸਾਨੂੰ ਬੁੱਧ ਦੇ, ਪ੍ਰਭੂ ਸਾਨੂੰ ਸਮਝ ਦੇ। ਮੈਂ ਤੁਹਾਨੂੰ ਕਹਿੰਦਾ ਇਹਨੂੰ ਪੜ੍ਹਨਾ ਸ਼ੁਰੂ ਕਰੋ। ਇੱਕ ਭੈਣ ਜਿਹੜੀ ਮੈਰਿਜ ਹੋਈ ਹੈ, ਸਮਝ ਨਹੀਂ ਹੈਗੀ, ਇਹਨੂੰ ਪੜੋ, ਉਹ ਬੁੱਧਵਾਨ ਇਸਤਰੀ ਬਣ ਜਾਏਗੀ। ਹਾਲੇਲੂਇਆ। ਇੱਕ ਜਵਾਨ ਬੇਟੀ ਬੇਟੇ ਨੂੰ ਪੜੇਗਾ, ਇੱਕ ਬੁੱਧਵਾਨ ਇਨਸਾਨ ਬਣ ਜਾਓਗੇ ਤੁਸੀਂ। ਹਾਲੇਲੂਇਆ। इनके द्वारा पढ़ने, और बड़े ध्यान ना सुनो, इन्हू पढ़ने के द्वारा लिखियागा, इन्हू वेखण के द्वारा नहीं है। अब हालेलुया। थोड़े कोले बाइबल है मोबाइल दे विच, ਅਸੀਂ बस बैठे बैठे पढ़ ले जी। नहीं, ये बाइबल सही नहीं है। खाना भी बाइबल दे विच ही हुंदा है, और दूजा मोबाइल च वाध हुंदा है, पिज़्ज़ा भी हुंदा, बर्गर खाया करो विचों ही, ओदा खाण दी की लोड़ है। बड़ा वधिया फूड मिल जांदा है ना मोबाइल च, बनता है ना, लगातार बनता होंदा है, वही खा लिया करो। फिर वो खाना ढिड भर जाएगा? बोलिए नहीं। तुसी YouTube ਤੇ ਖੋਲ ਰਹੇ ਹੋ, ਬਹੁਤ ਅੱਛਾ ਬਣਾ ਰਹੇ ਆ, ਤੁਸੀਂ ਦੇਖ ਰਹੇ ਹੋ ਕਿ ਤੁਹਾਡਾ ਢਿੱਡ ਭਰ ਜਾਏਗਾ ਉਹਦੇ ਨਾਲ? ਨਹੀਂ ਸਰ। ਤੁਹਾਡੀ ਸਪਿਰਿਟ ਕਿਵੇਂ ਭਰ ਜਾਏਗੀ ਜਿੰਨਾ ਚਿਰ ਲਿਖਤੀ ਵਚਨ ਤੁਹਾਡੇ ਹੱਥ 'ਚ ਨਹੀਂ ਆ? ਹਾਂ, ਬਾਈਬਲ ਨਹੀਂ ਹੈ ਕੋਲੇ, ਤੁਸੀਂ ਦੂਰ ਹੋ ਬਾਈਬਲ ਤੋਂ, ਫਿਰ ਤੁਹਾਡੇ ਕੋਲੇ ਇੱਕ ਆਪਸ਼ਨ ਹੈ ਕਿ ਹਾਂ ਮੈਂ ਜੁੜਨਾ ਵਾ ਬਾਈਬਲ ਦੇ। हालेलुया। हालेलुया। लिखे वचन च लिखा है, इनके पढ़ने के द्वारा, इन्हू पढ़न दे नाल नंबर 1 ते बुद्धि और शिक्षा प्राप्त करें। हुण कहने आ प्रभु सानू बुद्ध दे, प्रभु सानू समझ दे। मैं तुहानू कहंदा हां, मैं जिथे पहला रहंदा हुंदा सी, फरीदकोट सेवकाई करदा हुंदा सी, ਉਹ ਲੋਕ ਜਿਹੜੀ ਐਂਟੀ ਸੀਗੀ, ਉਹ ਯीशु मसीह पर विश्वास करदी ਸੀ, बाइबल पढ़दी ਸੀ। ਉਹ ਕਹਿੰਦੀ ਨਹੀਂ ਸੀ ਅਗਰ ਤੁਸੀਂ ਵਕੀਲ ਬਣਨਾ ਹੈ ਨਾ, ਇਹਨੂੰ ਪੜ੍ਹ ਲਓ, ਇਹ ਵਕੀਲ ਹੀ ਬਣ ਜਾਏਗਾ ਬੰਦਾ। ਇੰਨਾ ਕੁਝ ਇਹਦੇ ਵਿੱਚ ਦਿੱਤਾ ਹੋਇਆਗਾ, ਇੰਨੀ ਬੁੱਧੀ, ਇੰਨੀ ਸਮਝ, ਇੰਨਾ ਗਿਆਨ ਇਹਦੇ ਅੰਦਰ ਭਰਿਆ ਹੋਇਆ ਹੈ, ਜੇ ਤੁਸੀਂ ਇਹਨੂੰ ਪੜ੍ਹੋਗੇ ਤਾਂ ਵਕੀਲ ਬਣ ਜਾਓਗੇ। ਹਾਲੇਲੂਇਆ। ਅੱਜ ਪ੍ਰੋਬਲਮ ਕਿੱਥੇ ਹੈ? ਅੱਜ ਬੰਦਾ ਬੁੱਧ ਨੂੰ ਵਧਾਉਣ ਵਾਸਤੇ ਬਦਾਮ ਖਾਂਦਾਗਾ, ਸਮਝ ਨੂੰ ਪ੍ਰਾਪਤ ਕਰਨ ਵਾਸਤੇ कई तरह की मेडिसिन खांदा गा। मैं तुहानू कहंदा इहनू पढ़ो, आज तो ही पढ़ना शुरू करो, आज तो ही पढ़ोगे और पढ़ोगे प्रेयर दे नाल। प्रभु जब मैं पढ़ा, मैनू बुद्ध मिले, मैनू समझ मिले, मैं ज्ञान नाल भरपूर होवां, तुसी भरपूर होवोगे। हालेलुया। लिखा इस इनके द्वारा पढ़ने, बुद्धि शिक्षा प्राप्त करें, समझ की बातें समझे और काम करने में प्रवीणता। अगर कोई भैन भाई किसी काम च असफल है, तो कोई भी काम कर रहा है, फेल हो रहा है, इन्हू पढ़ो, प्रभु तुहानू बुद्धि देगा, प्रवीणता देगा और तुहाडे काम नू सफल करेगा। हालेलुया। ਅਸੀਂ वचन ਨਾਲ ਤਾਂ ਜੁੜਦੇ ਹੀ ਨਹੀਂ। ਬਿਨਾ वचन ਪੜ੍ਹੇ, ਬਿਨਾ वचन ਨੂੰ ਸਮਝੇ, ਬਿਨਾ वचन ਦੇ ਤੁਸੀਂ ਇੱਕ ਸਟਰਗਲ ਭਰਿਆ ਜੀਵਨ ਬਤੀਤ ਕਰੋਗੇ। ਇਹ ਸੱਚ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਬੜੀ ਸਖਤ ਮਿਹਨਤ ਕੀਤੀ ਹੈ ਜਦੋਂ ਮੈਂ वचन नहीं ਸੀ ਜਾਣਦਾ। बड़ा दुख भोगे अपनी लाइफ के अंदर है, क्योंकि मैं वचन जानता नहीं सी, बाइबल सी बंद करके रखी हुई सी। हालेलुया। ज़बूरां लिखने वाला कहंदा तेरे वचन नु खोलन नाल की हुंदा है? प्रकाश। ज़बूरां दी पुस्तक कढीए 119 अध्याय 105 वचन पढ़िए। तेरे वचन मेरे पैरों ਲਈ ਦੀਪਕ ਅਤੇ ਮੇਰੇ ਰਾਹ ਦਾ ਚਾਨਣ ਹੈ। ਮੈਂ ਸੋਚ ਖਾਧੀ ਅਤੇ ਉਹਨੂੰ ਪੱਕਾ ਵੀ ਕੀਤਾ ਕਿ ਮੈਂ ਤੇਰੇ ਧਰਮ ਦੇ ਨਿਆਂ ਦੀ ਪਾਲਣਾ ਕਰਾਂਗਾ। ਆਮੀਨ। ਹਾਲੇਲੂਇਆ। ਇਹ ਕੀ ਹੈ? ਕਹਿੰਦਾ ਮੇਰੇ ਪੈਰਾਂ ਲਈ तेरा वचन मेरे पांव के लिए दीपक। दीपक का मतलब किया रोशनी, चानन। पैरां लई मतलब ओदे राह वास्ते कि ठेडा ना खाए, डिग ना जाए, रास्ता भुल ना जाए। ये वचन वो दीपक है, वो चानन है। हालेलुया। और मेरे मार्गों के लिए उजाला। 101 वचन पढ़ो। मैं अपने पैरों ਨੂੰ हर बुरे मार्ग तो रोक रखा है ਤਾਂ ਜੋ मैं तेरे वचन की पालना करा, तेरे ਨਿਯਮਾਂ ਤੋਂ
मैं नहीं हटिया, क्यों जो तैं मैनू सिक्ख्या दिती है। तेरे वचन मेरे तालू ਨੂੰ ਕਿੱਡੇ ਮਿੱਠੇ ਲੱਗਦੇ ਹਨ। ਕਿੱਡੇ ਮਿੱਠੇ ਲੱਗਦੇ ਹਨ। ਹਾਲੇਲੂਇਆ। ਤੇਰੇ ਵਚਨ ਮੇਰੇ ਤਾਲੂ ਨੂੰ ਕਿੰਨੇ ਮਿੱਠੇ। ਇਹ ਕੌਣ ਕਹਿ ਰਿਹਾ? ਦਾਊਦ। ਦਾਊਦ ਇੱਕ ਅਜਿਹਾ ਵਿਅਕਤੀ ਹੈ ਜਿਹੜਾ ਦੁਨੀਆ ਦੇ ਇਜ਼ਰਾਈਲ ਦੇ ਰਾਜਾ ਹੋਇਆ। ਹਾਲੇਲੂਇਆ। ਇੱਕ ਬਲੈਸ ਵਿਅਕਤੀ, ਆਸ਼ੀਸ਼ਿਤ ਵਿਅਕਤੀ, ਜਿਹਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ, ਕਰੀ ਵੀ ਹਾਰਿਆ ਨਹੀਂ। ਦੂਸਰੀਆਂ ਕੌਮਾਂ ਦੇ ਰਾਜੇ ਡਰਦੇ ਸੀ ਦਾਊਦ ਦੇ ਕੋਲੋਂ। ਕਾਰਨ ਕੀ ਸੀਗਾ? ਖੁਦਾ ਦੇ ਵਚਨ ਨਾਲ ਪ੍ਰੀਤ ਲਾਈ ਹੋਈ। ਖੁਦਾ ਦੇ ਵਚਨ ਨੂੰ ਸਵੇਰ ਸ਼ਾਮ ਪੜ੍ਹਦਾ ਹੈ। ਅੱਗੇ ਵੀ ਪੜ੍ਹੀਏ। ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ तेरे फरमाना नाल। आमीन। हालेलुया। तेरे वचन मुझको कैसे मीठे लगते हैं, वह मेरे मुंह में मधु से भी मीठे हैं। कितना मीठे आ? मधु नालों भी कहना ज्यादा मीठे, शहद नालों भी ज्यादा मीठे आ तेरे वचन। पढ़ोगे तां लगणगे। हालेलुया। घर च शहद पिया नहीं खाओगे मुंह मिठा नहीं हो जाएगा। पहला शहद शहद कहना मुंह मिठा नहीं होंदा। शायद खाने वाला मुंह मिठा ਹੁੰਦਾ ਹੈ। ਤੇ ਦਾਊਦ ਕਹਿੰਦਾ ਉਹ ਤੂੰ ਜ਼ਿਆਦੇ ਤੇਰੇ ਜਿਹੜੇ ਵਚਨ ਹੈ ਮੇਰੇ ਮੂੰਹ ਦੇ ਵਿੱਚ ਕੀ ਆ? ਮਿੱਠੇ ਆ। 98 ਵਚਨ ਪੜ੍ਹੀਏ। 98। ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈ, क्यों जो वो सदा मेरे नाल है। आमीन। तू अपनी आज्ञाओं के द्वारा मुझे अपने शत्रुओं से अधिक बुद्धिमान करता है। बनना है बुद्धिमान, बनना है ज्ञानवान, समझदार। ਤਾਂ ਵਚਨ ਨੂੰ ਪੜੋ। ਤੁਹਾਨੂੰ ਪਤਾ ਹੈ ਆਪਣੇ ਦੇਸ਼ ਦੇ ਵਿੱਚ ਜੋ ਬ੍ਰਿਟਿਸ਼ ਰਾਜ ਸੀਗਾ ਔਰ ਉਹਨਾਂ ਦੇ ਬਣਾਏ ਹੋਏ ਪੁਲ, ਉਹਨਾਂ ਦੇ ਬਣਾਏ ਹੋਏ ਲਾਈਨਾਂ, ਰੇਲਵੇ ਲਾਈਨ, ਅਜਿਹਾ ਕੁਝ ਉਹਨਾਂ ਨੇ ਬਣਾਇਆ। ਕਾਹਦੇ ਨਾਲ ਬਣਾਇਆ ਹੈ? ਬੁੱਧੀ ਦੇ ਨਾਲ। ਬੁੱਧੀ ਕਿੱਥੋਂ ਆਈ ਹੈ? ਵਚਨ ਦੇ ਦੁਆਰਾ। ਹਾਲੇਲੂਇਆ। ਇੰਨੀ ਸਮਝ ਉਹਨਾਂ ਦੇ ਕੋਲੇ ਕਿਉਂ ਹੈ? ਇੰਨੀ ਬੁੱਧ ਉਹਨਾਂ ਦੇ ਕੋਲੇ ਕਿਉਂ ਹੈ? ਕਲਾਮ ਕਹਿੰਦਾ ਤੂੰ ਆਪਣੇ ਆਗਿਆओं के द्वारा, किसके द्वारा? वचन के द्वारा मेरे शत्रुओं से मुझे अधिक बुद्धिमान करता है, क्योंकि वह सदा मेरे मन में रहती हैं। हालेलुया। अगर बुद्धिमान बनना है, समझदार बनना है, कलाम कहता बुद्धिमान तीमी अपना घर बनाउंदी है। ਜਿਹੜੀ ਮੂਰਖਣੀ ਹੁੰਦੀ ਆ, ਮੂਰਖ ਤੀਵੀਂ ਹੁੰਦੀ ਆ, ਆਪਣੇ ਹੱਥੀ ਬਣਾ ਤਾਂ ਲੈਂਦੀ ਹੈ, ਉਹਨੂੰ ਖਰਾਬ ਕਰ ਲੈਂਦੀ ਹੈ। ਉਹਦਾ ਕਾਰਨ ਕੀ ਹੁੰਦਾ? ਉਹ ਖੁਦਾ ਦੇ ਵਚਨ ਤੋਂ ਵਾਕਿਫ ਨਹੀਂ। ਹਾਲੇਲੂਇਆ। ਅਗਰ ਬੁੱਧਵਾਨ ਬਣਨਾ ਹੈ ਤਾਂ ਕਹਾਵਤਾਂ ਨੂੰ ਪੜੋ, ਖੁਦਾ ਦਾ ਵਚਨ ਪੜੋ, ਉਹ ਤੁਹਾਨੂੰ ਬੁੱਧੀਮਾਨ ਕਰੇਗਾ, ਸਮਝਦਾਰ ਕਰੇਗਾ। ਫਿਰ ਜਦੋਂ ਲੋਕਾਂ ਵਿੱਚ ਜਾਓਗੇ ਨਾ, ਲੋਕ ਕਹਿਣਗੇ ਇਹ ਬੁੱਧਵਾਨ ਆਦਮੀ ਹੈ। ਹਾਲੇਲੂਇਆ। ਇਹ ਬੁੱਧਵਾਨ ਭੈਣ ਹੈ, ਇਹ ਬੁੱਧਵਾਨ ਬੇਟੀ ਹੈ, ਇਹ ਬੁੱਧਵਾਨ, ਇਹ ਸਮਝਦਾਰ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਸਮਝ ਹੈ। ਹਾਲੇਲੂਇਆ। ਬਾਬੁਲ ਦੇ ਰਾਜ ਵਿੱਚ ਜੇਕਰ ਬੁੱਧੀਮਾਨ ਵਿਅਕਤੀ ਪਾਏ ਗਏ ਆ ਤਾਂ ਯਹੂਦੀ ਲੋਕ ਪਾਏ ਗਏ। ਬਾਬੁਲ ਦਾ ਦੇਸ਼ ਇੱਕ ਬਹੁਤ ਵੱਡਾ ਦੇਸ਼ ਸੀਗਾ, ਜਿਸ ਦੇਸ਼ ਦਾ ਰਾਜਾ ਨਬੂਕਦਨੇਸਰ ਸੀਗਾ। ਔਰ ਉਹਦੇ ਦੇਸ਼ ਦੇ ਵਿੱਚ ਇੰਨੇ ਬੁੱਧੀਮਾਨ ਲੋਕ ਸੀਗੇ, ਉਹਨਾਂ ਤੋਂ ਵੱਧ ਕੇ ਬੁੱਧੀਮਾਨ ਸੀ ਯਹੂਦੀ ਲੋਕ। ਡੈਨੀਅਲ, ਸਦਰਕ, ਮੇਸ਼ਕ, ਅਬਦੀਨਗੋ, ਇਹਨਾਂ ਕੋਲੇ ਬੁੱਧੀ ਕਿੱਥੋਂ ਆਈ ਆ? ਇਹਨਾਂ ਕੋਲੇ ਪਰਮੇਸ਼ਰ ਦਾ ਕਲਾਮ ਸੀ। ਇਹ ਕਲਾਮ ਪੜ੍ਹਦੇ ਸੀ, ਇਹ ਕਲਾਮ ਦੇ ਅਨੁਸਾਰ ਜਿਉਂਦੇ ਸੀ, ਵਚਨ ਨੂੰ ਮੰਨਣ ਕਰਦੇ ਸੀ। ਇਸ ਵਚਨ ਨੇ ਉਸ ਦੇਸ਼ ਦੇ ਰਾਜੇ ਦੇ ਅੱਗੇ ਇਹਨਾਂ ਨੂੰ ਸਭ ਤੋਂ ਵੱਧ ਬੁੱਧੀ ਬਖਸ਼ੀ, ਸਮਝ ਬਖਸ਼ੀ। ਹਾਲੇਲੂਇਆ। ਅਗਰ ਤੁਸੀਂ ਇਹਨੂੰ ਪੜ੍ਹਦੇ ਨਾ ਰਹਿ ਗਏ ਤਾਂ ਤੁਸੀਂ ਬੁੱਧੀ ਪ੍ਰਾਪਤ ਨਹੀਂ ਕਰ ਰਹੇ। ਤੁਹਾਡੇ ਘਰ 'ਚ ਪਿਆ ਹੈ, ਤੁਹਾਡੇ ਕੋਲੇ ਸਮਝ ਤਦ ਹੀ ਆਏਗੀ ਜੇ ਇਹਨੂੰ ਖੋਲੋਗੇ ਤਾਂ। ਹਾਲੇਲੂਇਆ। ਇੱਕ ਵਚਨ ਆਪਾਂ ਹੋਰ ਪੜਾਂਗੇ। 119 ਜ਼ਬੂਰ ਦੇ ਵਿੱਚ ਹੀ ਰਵਾਂਗੇ ਆਪਾਂ। 119 ਜ਼ਬੂਰ 'ਚ ਕਾਫੀ ਵਚਨ ਹੈ ਜੋ ਸਾਡੇ ਸਿੱਖਣ ਵਾਸਤੇ ਨੇ। 147 119 ਜ਼ਬੂਰ ਦਾ। मैं पो फुटण तो पहला उठिया ते दुहाई दिती, मैं तेरे वचन की आशा रखी। आमीन। मैंने पो फटने से पहले दुहाई दी, मेरी आशा तेरे वचनों पर थी। मेरी आंख रात के एक पहर से पहले खुल गई कि मैं तेरे वचन पर ध्यान करूं। कौन कह रहा है? दाऊद कह रहा है। पाव फुटन तो पहला, सुबह होने तो पहला कहता मैं परमेश्वर की दिती दुहाई दिती। दुहाई क्यों दिती? क्योंकि कहता मेरी आशा किहदे ते आ? तेरे वचन ते आ। कहता रात दे एक एक पैर तो पहला मेरी अख खुली, जद मेरी अख खुली तां मैं तेरे वचन ते ध्यान कीता। जिन्ना ज्यादा तुसीं वचन दे नाल अपने आप नूं भरोगे,
ਜਿੰਨਾ ਜ਼ਿਆਦਾ ਤੁਸੀਂ ਵਚਨ ਨੂੰ ਪੜੋਗੇ, ਇਹਨੂੰ ਆਪਣੇ ਮਨ 'ਚ ਜਮਾ ਕਰੋਗੇ, ਓਨਾ ਜ਼ਿਆਦਾ ਇੱਕ ਪਵਿੱਤਰ ਜ਼ਿੰਦਗੀ ਤੁਸੀਂ ਜੀ ਸਕਦੇ ਹੋ। ਹਾਲੇਲੂਇਆ। ਲਾਈਫ ਚੇਂਜ ਹੋ ਜਾਏਗੀ, ਸੁਭਾਅ ਬਦਲ ਜਾਏਗਾ। ਹਾਲੇਲੂਇਆ। ਚਾਲ चलन की आ जाएगी, बदलाव आएगा चाल चलन च। परमेश्वर के योग्य बन जाओगे, सिद्ध बन जाओगे, एक अच्छे व्यक्ति बन जाओगे। लोग तुहानू देखणगे अते कहणगे ये बुद्धिमान लोग, ये समझदार लोग। हालेलुया। एक वचन अब होर पढ़ांगे 162 119 दा। मैं तेरे वचन के कारण खुश हाँ, जिद्दां कोई वड्डी लुੱਟ ते मिलण ते हुंदा है। आमीन। किवें खुश आ? कहंदा जिवें किसी ਨੂੰ खजाना ਲੱਭਾ ਹੁੰਦਾਗਾ, खजाना ਲੱਭ ਕੇ ਬੰਦਾ ਕਿੰਨਾ ਖੁਸ਼ ਹੁੰਦਾ, ਬੜਾ ਆਨੰਦ ਹੁੰਦਾਗਾ। ਕਹਿੰਦਾ ਇੰਨਾ ਹਰਸ਼ਿਤ ਹਾਂ ਮੈਂ, ਇੰਨਾ ਖੁਸ਼ ਹਾਂ ਮੈਂ ਤੇਰੇ ਵਚਨ ਦੇ ਕਾਰਨ। ਹਾਲੇਲੂਇਆ। सोच के ਵੇਖੋ ਕਿੰਨਾ ਆਨੰਦ ਮਹਿਸੂਸ ਕਰਦਾ ਹੋਵੇਗਾ ਦਾਊਦ। ਉਹ ਆਨੰਦ ਕਹਿੰਦਾ ਸੋਨੇ ਚਾਂਦੀ ਨਾਲੋਂ ਵੱਧ, ਕਹਿੰਦਾ ਮੈਂ ਤੇਰੇ ਵਚਨ ਨੂੰ ਲੋਚਦਾ। ਕਿਹਦੇ ਨਾਲੋਂ ਵੱਧ? सोने चांदी के नालों वध। हालेलुया। जैसे भी बड़ी लूट पर पाकर हर्षित होता है, वैसे ही मैं तेरे वचन के कारण हर्षित हूं। हालेलुया। ਅਸੀਂ ਮੰਗ ਰਹੇ ਹਾਂ ਪ੍ਰਭੂ ਦੇ ਕੋਲੋਂ, ਪ੍ਰਭੂ ਜੀ ਆ ਮਿਲ ਜਾਏ, ਉਹ ਮਿਲ ਜਾਏ। ਮੈਂ ਕਹਿੰਦਾ ਵਚਨ ਪੜੋ, ਜਿਹੜੀਆਂ ਚੀਜ਼ਾਂ ਪਾ ਕੇ ਤੁਸੀਂ ਆਨੰਦ ਲੈਣਾ ਚਾਹੁੰਦੇ ਨਾ, ਉਹਨੂੰ ਦੁੱਗਣਾ ਆਨੰਦ ਮਿਲੇਗਾ ਵਚਨ ਪੜਨ ਦੇ ਨਾਲ। ਹਾਲੇਲੂਇਆ। ਇਹਨੂੰ ਪੜ੍ਹ ਕੇ ਦੇਖੋ, ਇਹਦੇ ਨਾਲ ਸਮਾਂ ਬਤੀਤ ਕਰਕੇ ਦੇਖੋ, ਸਮਾਂ ਗੁਜ਼ਾਰੋ ਖੁਦਾ ਦੇ ਕਲਾਮ ਦੇ ਨਾਲ, ਜ਼ਿੰਦਗੀ ਵੱਖਰੀ ਹੋਏਗੀ ਦੂਜੇ ਲੋਕਾਂ ਦੇ ਨਾਲ, ਦੂਜੇ ਨੌਜਵਾਨਾਂ ਨਾਲੋਂ ਤੁਸੀਂ ਕਾਮਯਾਬ, ਪਵਿੱਤਰ ਔਰ ਨਿਰਦੋਸ਼ ਵਿਅਕਤੀ ਹੋਵੋਗੇ। ਇਹ ਸਭ ਕੁਝ ਹੋਏਗਾ ਖੁਦਾ ਦੇ ਵਚਨ ਦੇ ਦੁਆਰਾ। ਹਾਲੇਲੂਇਆ। ਹਾਲੇਲੂਇਆ। ਵਿਵਸਥਾ ਸਾਰ 4 ਅਧਿਆਏ 5 ਅਤੇ 6 ਵਚਨ ਪੜਾਂਗੇ। चार दा 5। ਵੇਖ ਮੈਂ ਤੁਹਾਨੂੰ ਵਿਧੀਆਂ ਦੇ ਕਾਨੂੰਨ ਸਿਖਾਏ ਹਨ, ਜਿਵੇਂ ਯਹੋਵਾ ਮੇਰੇ ਪਰਮੇਸ਼ਵਰ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਹ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨਾ ਚਾਹੁੰਦੇ ਹੋ ਐਵੇਂ ਕਰਿਓ। ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰੇ ਕਰੋ, ਕਿਉਂ ਜੋ ਇਹ ਤੁਹਾਡੀ ਬੁੱਧੀ ਅਤੇ ਸਮਝ ਹੈ ਉਹਨਾਂ ਲੋਕਾਂ ਦੀ ਨਿਗਾਹ ਵਿੱਚ ਜਿਹੜੇ ਇਹਨਾਂ ਸਾਰੀਆਂ ਵਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ੱਕ ਇਹ ਵੱਡੀ ਕੌਮ ਬੁੱਧਵਾਨ ਤੇ ਸਮਝਦਾਰ ਲੋਕਾਂ ਦੀ ਹੈ। ਆਮੀਨ। ਇਹ ਕਿਹੜੀ ਕੌਮ ਹੈ? ਬੁੱਧਵਾਨ ਸਮਝਦਾਰ ਲੋਕਾਂ ਦੀ। ਮੂਸਾ ਕਹਿ ਰਿਹਾ ਇਜ਼ਰਾਈਲੀ ਲੋਕਾਂ ਨੂੰ, ਕਹਿੰਦਾ ਪਰਮੇਸ਼ਰ ਤੁਹਾਨੂੰ ਨਿਯਮ ਦਿੱਤੇ ਆ, ਕਾਨੂੰਨ ਦਿੱਤੇ ਆ, ਵਚਨ ਦਿੱਤਾ ਹੈ, ਕਹਿੰਦਾ ਤੁਸੀਂ ਇਹਨੂੰ ਮੰਨੋ, ਇਹਦੇ ਅਨੁਸਾਰ ਚੱਲੋ, ਤਾਂ ਦੂਜੀਆਂ ਕੌਮਾਂ ਕਹਿਣਗੀਆਂ ਇਹ ਬੁੱਧਵਾਨ ਤੇ ਸਮਝਦਾਰ ਲੋਕ ਨੇ। ਤੁਹਾਡੀ ਬੁੱਧ ਕਿੱਥੋਂ ਪਰਖੀ ਜਾਏਗੀ? ਵਚਨ ਦੇ ਦੁਆਰਾ। ਹਾਲੇਲੂਇਆ। ਵਚਨ ਤੁਹਾਨੂੰ ਸਿਖਾਏਗਾ ਨਾ, वचन ਤੁਹਾਨੂੰ बुद्धिमान बनाएगा ना। हालेलुया। वचन ਤੁਹਾਨੂੰ ਇੰਨੀ ਸਮਝ ਦੇ ਦੇਗਾ, ਇੰਨਾ ਤੁਹਾਨੂੰ बुद्धिमान बना देगा, ਲੋਕ ਤੁਹਾਡੀ ਸਲਾਹ ਲੈਣਗੇ। ਕੀ ਕਹਿਣਗੇ? ਲੋਕ ਸਲਾਹ ਲੈਣਗੇ, ਭਾਈ ਇਸ ਭੈਣ ਦੀ ਸਲਾਹ ਹੋਵੇ, ਬਹੁਤ बुद्धिमान ਹੈ, ਇਹਦੀ ਗੱਲ ਤਾਂ ਐਂਡ ਹੀ ਹੈ ਸਾਰੀਆਂ ਗੱਲਾਂ ਦਾ। ਹਾਲੇਲੁਇਆ। ਫਿਰ ਜੇ ਤੁਸੀਂ ਬੋਲ ਦੋਗੇ ਫਿਰ ਦੂਸਰਾ ਕੋਈ ਬੋਲੇਗਾ ਨਹੀਂ, ਇੰਨੀ ਖੁਦਾ ਤੁਹਾਨੂੰ ਬੁੱਧੀ ਦੇਗਾ। ਪਰ ਸਭ ਕੁਝ ਜੁੜਿਆ ਕਿਹਦੇ ਨਾਲ ਹੈ? ਇਸ ਵਚਨ ਦੇ ਨਾਲ ਜੁੜਿਆ। हालेलुया। इस वचन को अपनी जान मानो, इधर समा बतीत करो, यही ऊंचा लेके आने वाला है। दाऊद ने समा बतीत किया खुदा के कलाम देना और एक कामयाब राजा होया। हालेलुया। और उन्हें अपनी जिंदगी च बड़ियां लड़ाइयां लड़ी, एक करी भी हारिया नहीं, ਉਹਦਾ प्रेम परमेश्वर ਨਾਲ ਗੂੜਾ ਸੀ। ਤੁਹਾਨੂੰ ਪਤਾ ਹੈ ਜਿਵੇਂ ਜਿਵੇਂ ਤੁਸੀਂ ਇਸ ਵਚਨ ਨੂੰ ਪੜੋਗੇ ਤੁਹਾਡਾ ਪ੍ਰੇਮ ਪਰਮੇਸ਼ਰ ਨਾਲ ਵਧੇਗਾ। ਜਿਵੇਂ ਜਿਵੇਂ ਤੁਸੀਂ ਇਸ ਨੂੰ ਪੜੋਗੇ ਤੁਹਾਡੀ ਸਮਝ ਪਰਮੇਸ਼ਰ ਦੇ ਪ੍ਰਤੀ ਵਧੇਗੀ। ਜਿਵੇਂ ਜਿਵੇਂ ਤੁਸੀਂ ਇਹਨੂੰ ਪੜੋਗੇ ਪਰਮੇਸ਼ਰ ਦਾ ਦਿਲ ਪਤਾ ਲੱਗੇਗਾ ਤੁਹਾਨੂੰ, ਪਰਮੇਸ਼ਰ ਦਾ ਦਿਲ ਕਿਵੇਂ ਦਾ ਹੈ, ਪਰਮੇਸ਼ਰ ਦੇ ਕੋਲੋਂ ਕਿਵੇਂ ਕੁਝ ਲਿਆ ਜਾ ਸਕਦਾ ਹੈ। ਚਲੋ ਹਾਲੇਲੂਇਆ। ਇੱਕ ਬੱਚਾ ਆਪਣੇ ਪਿਤਾ ਦੇ ਨਾਲ ਰਹਿੰਦਾ ਔਰ ਪਿਤਾ ਦੀਆਂ ਸਾਰੀਆਂ ਗੱਲਾਂ ਨੂੰ ਮਾਲੂਮ ਹੁੰਦੀਆਂ, ਉਹ ਸਮਾਂ ਬਤੀਤ ਕਰਦਾ ਹੈ ਆਪਣੇ ਪਿਤਾ ਦੇ ਨਾਲ, ਉਹਨੂੰ ਪਤਾ ਹੈ ਪਿਤਾ ਨੂੰ ਕਿਵੇਂ ਖੁਸ਼ ਕੀਤਾ ਜਾਏਗਾ, ਕਿਵੇਂ ਪਿਤਾ ਨੂੰ ਕੁਝ ਲਿਆ ਜਾਏਗਾ। ਜਿਵੇਂ ਹੀ ਤੁਸੀਂ ਵਚਨ ਨੂੰ ਪੜੋਗੇ, ਸਮਾਂ ਬਤੀਤ ਕਰੋਗੇ, ਖੁਦਾ ਦਾ ਦਿਲ ਪਤਾ ਕਰੋਗੇ, ਉਹਦਾ ਸੁਭਾਅ ਪਤਾ ਕਰੋਗੇ, ਉਹ ਕਿਵੇਂ ਸੋਚਦਾ ਹੈ, ਉਹ ਕਿਵੇਂ ਕੰਮ ਕਰਦਾ ਹੈ, ਕੁਝ ਵੀ ਮੁਸ਼ਕਲ ਤੇ ਕਠਿਨ ਨਹੀਂ ਹੋਏਗਾ ਤੁਹਾਡੇ ਵਾਸਤੇ।
ਹਾਲੇਲੂਇਆ ਹਾਲੇਲੂਇਆ। ਜਿਨ੍ਹਾਂ ਲੋਕਾਂ ਨੇ ਪਰਮੇਸ਼ਰ ਦੇ ਵਚਨ ਨੂੰ ਪੜ੍ਹਿਆ, ਜਿਨ੍ਹਾਂ ਲੋਕਾਂ ਨੇ ਪਰਮੇਸ਼ਰ ਦੇ ਵਚਨ ਦੇ ਨਾਲ ਸਮਾਂ ਬਤੀਤ ਕੀਤਾ ਹੈ, ਉਹਨਾਂ ਦੀ ਸਮਝ ਦੂਜੇ ਲੋਕਾਂ ਦੇ ਨਾਲੋਂ ਵੱਖਰੀ ਸੀ। ਅੱਜ ਤੋਂ ਖੁਦਾ ਦੇ ਵਚਨ ਨੂੰ ਪੜ੍ਹਨਾ ਸ਼ੁਰੂ ਕਰੋ। ਅੱਜ ਤੋਂ ਬੇਸ਼ੱਕ ਪਿੱਛੇ ਜੋ ਹੋ ਗਿਆ ਸੋ ਹੋ ਗਿਆ। ਬਾਈਬਲ ਕਿਹਦੇ ਕੋਲ ਨਹੀਂ ਹੈਗੀ? ਹੱਥ ਖੜਾ ਕਰੀਏ। ਜਿਹਦੇ ਕੋਲ ਬਾਈਬਲ ਨਹੀਂ ਹੈਗੀ, ਜਿਹਦੇ ਕੋਲੇ ਬਾਈਬਲ ਆਪਣਾ ਉੱਚਾ ਸਾਰਾ ਕਰੋ ਨਾ, ਫਿਰ ਹੀ ਪਤਾ ਲੱਗੂਗਾ। 1 2 3 ਉੱਚਾ 4 5 6 7 7 ਜਿਹਨੇ ਆ। ਇੱਕ ਵਾਰੀ ਫਿਰ ਹੱਥ ਖੜਾ ਕਰੋ ਜਿਨ੍ਹਾਂ ਕੋਲ ਬਾਈਬਲ ਨਹੀਂ। ਉੱਚਾ ਸਾਰਾ ਉੱਚਾ ਕਰੋ ਨਾ, ਥੱਕ ਗਏ ਮੈਂ ਤਾਂ। 7 ਕਿਹੜੇ ਥੋੜੇ ਰਹਿ ਗਏ। 1 2 3 4 5 6 7 ਹਾਂ 7 7 ਬਾਈਬਲ ਅਗਲੇ ਐਤਵਾਰ ਨੂੰ ਤੁਹਾਨੂੰ ਮਿਲ ਜਾਣਗੇ। ਹਾਲੇਲੂਇਆ। ਬਾਈਬਲ ਨੂੰ ਪੜ੍ਹਨਾ ਹੈ, ਬੰਦ ਕਰਕੇ ਇਹਨੂੰ ਬਲੇਟ ਕੇ। ਜੀ ਬੜੀ ਪਵਿੱਤਰ ਚੀਜ਼ ਹੈ, ਜਿਹਨੂੰ ਹੱਥ ਨਹੀਂ ਲਾਉਣਾ, ਐਵੇਂ ਨਹੀਂ ਰੱਖਣਾ। ਜੇ ਤੁਸੀਂ ਬੰਦ ਕਰਕੇ ਇਦਾਂ ਹੀ ਰੱਖ ਦਿੱਤੀ ਨਾ, ਤੁਸੀਂ ਮੂਰਤੀ ਪੂਜਾ ਕਰ ਰਹੇ ਹੋ। ਇਹ ਮੂਰਤੀ ਪੂਜਾ ਨਹੀਂ ਹੈ, ਇਹਨੂੰ ਪੜ੍ਹਨਾ ਹੈਗਾ। ਬਹੁਤ ਸਾਰੇ ਲੋਕ ਹੈ ਬੰਦ ਕਰਕੇ ਬੜੇ ਵਧੀਆ ਕੱਪੜੇ, ਨਾ ਜੀ ਇਹ ਪਵਿੱਤਰ, ਇਹਨੂੰ ਚੁੰਮਣਗੇ, ਇਹਨੂੰ ਮੱਥੇ ਨਾਲ ਲਾਉਣਗੇ। ਕੋਈ ਬਿਮਾਰ ਹੋਊ ਤਾਂ ਸਰਾਣੇ ਰੱਖ ਦੇਣਗੇ। ਸਰਾਣੇ ਰੱਖਿਆ ਕੁਛ ਨਹੀਂ ਹੋਣਾਗਾ, ਇਹਨੂੰ ਪੜਨ ਦੇ ਨਾਲ ਹੋਣਾਗਾ। ਹਾਲੇਲੂਇਆ। ਮੈਂ ਦੇਖਿਆ ਕਈਆਂ ਦੇ ਘਰੇ ਬਾਈਬਲ ਕਿਉਂ ਰੱਖੀ ਜੀ? ਬੱਚਾ ਬਿਮਾਰੀ ਸਰਾਣੇ ਰੱਖੇ ਵੀ ਠੀਕ ਹੋ ਜਾਏਗਾ। ਇਹਨੂੰ ਪੜੋ ਭਗਤੋ, ਕੀ ਲਿਖਿਆ ਇਹਦੇ 'ਚ? ਇਹਨੂੰ ਪੜੋ, ਵਚਨ ਨੂੰ ਬੋਲੋ, ਉਹਦੇ ਕੋੜੇ ਖਾਨ ਤੁਸੀਂ ਚੰਗੇ ਹੋ ਗਏ ਆ, ਚੰਗਿਆਈ ਮਿਲੇਗੀ। ਇਹ ਤਾਂ ਬੰਦ ਕਰਕੇ ਰੱਖੀ ਬੈਠੇ ਹੋ। ਹਾਲੇਲੂਇਆ। ਇਹਨੂੰ ਪੜਨਾ ਹੈ, ਬੰਦ ਕਰਕੇ ਨਹੀਂ ਰੱਖਣਾਗਾ। ਇਹ ਤੁਹਾਡੀ ਆਤਮਾ ਦਾ ਸਾਹ ਹੈ। ਹਾਲੇਲੂਇਆ। ਇਹ ਤੁਹਾਡੀ ਆਤਮਾ ਦਾ ਕੀ ਆ? ਸਾਹ ਹੈ ਤੁਹਾਡੀ ਆਤਮਾ ਦਾ। ਨੋਟ ਕਰ ਲਓ ਇਸ ਗੱਲ ਨੂੰ। ਜੇ ਇਹ ਤੁਹਾਡੀ ਆਤਮਾ 'ਚ ਨਹੀਂ ਨਾ ਜਾ ਰਿਹਾ, ਤੇ ਤੁਹਾਡੀ ਆਤਮਾ ਮਰ ਰਹੀ ਹੈ, ਤੜਫ ਰਹੀ ਹੈ। ਹਾਲੇਲੂਇਆ। ਕਈ ਵਿਅਕਤੀ ਦੇ ਪਾਸ ਹੀ ਮੇਰੇ ਕੰਟਰੋਲ ਨਹੀਂ ਹੁੰਦਾ ਸਰੀਰ ਦੇ ਉੱਪਰ, ਮੈਨੂੰ ਗੁੱਸਾ ਵਾਲਾ ਆ ਜਾਂਦਾ ਹੈ। ਇਹਨੂੰ ਪੜੋ। ਹਾਂ, ਇਹੀ ਤਾਂ ਵਚਨ ਹੈ ਜਿਹਨੇ ਤੁਹਾਡੇ ਸਰੀਰ ਦੇ ਜਿਹੜੇ ਕੰਮ ਆ, ਉਹਨਾਂ ਉੱਪਰ ਆਤਮਾ ਨੂੰ ਫਤਿਹ ਦੇਣੀ ਹੈ। ਔਰ ਪ੍ਰੋਬਲਮ ਕਿੱਥੇ ਹੈ? ਸਰੀਰ ਤਕੜਾ ਹੈ, ਅੱਛੀ ਖੁਰਾਕ ਖਾਧੀ ਹੈ, ਆਤਮਾ ਵਿਚਾਰੀ ਅੰਦਰ ਕਮਜ਼ੋਰ ਬੈਠੀ ਹੈ। ਉਹ ਕਿਵੇਂ ਪ੍ਰਬਲ ਹੋਏਗੀ? ਇੱਕ ਦਿਨ ਵੀ ਬਾਈਬਲ ਨੂੰ ਪੜ੍ਹਿਆ ਨਹੀਂ ਹੈ, ਇੱਕ ਦਿਨ ਵੀ ਉਹਨੂੰ ਖਾਣਾ ਨਹੀਂ ਦਿੱਤਾ ਆਪਣੀ ਆਤਮਾ ਨੂੰ। ਹਾਲੇਲੂਇਆ। ਜਿਹੜੇ ਲੋਕ ਜ਼ਿਆਦਾ ਸਮਾਂ ਬਾਈਬਲ ਪੜ੍ਹਦੇ ਉਹਨਾਂ ਦੀ ਆਤਮਾ ਸਟਰੋਂਗ ਹੁੰਦੀ ਹੈ। ਉਹ ਸਰੀਰ ਦੇ ਕੰਮਾਂ ਤੇ ਕਾਬੂ ਪਾ ਲੈਂਦੇ ਆ, ਗੁੱਸੇ ਤੇ ਕਾਬੂ ਪਾ ਲੈਂਦੇ ਆ, ਉਹ ਆਪਣੇ ਸੁਭਾਅ ਨੂੰ ਕੰਟਰੋਲ ਕਰ ਲੈਂਦੇ ਆ। ਤਾਂ ਹੀ ਤਾਂ ਪੌਲਸ ਕਹਿੰਦਾ ਮੈਂ ਆਪਣੇ ਸ਼ੀ ਨੂੰ ਵਸ 'ਚ ਕੀਤਾ ਹੈ, ਕਰ ਲੈਂਦਾ ਹੈਗਾ। ਕਹਿੰਦਾ ਕਿਵੇਂ ਕਰ ਲੈਂਦਾ ਹੈ? ਵਚਨ ਜਾਣਦਾ ਹੈ ਨਾ, ਬਾਈਬਲ ਦਾ ਪਤਾ ਹੈ। ਹਾਲੇਲੂਇਆ। ਅੱਜ ਤੋਂ ਜਿਨ੍ਹਾਂ ਕੋਲੇ ਬਾਈਬਲ ਹੈ, ਰੋਜ਼ ਪੜ੍ਹਨਾ ਹੈ ਬਾਈਬਲ। ਸਵੇਰ ਜਲਦੀ ਉੱਠ ਕੇ ਚਾਹ ਪੀਣ ਤੋਂ ਪਹਿਲਾਂ ਬਾਈਬਲ ਹੀ ਪੜ੍ਹਨਾ ਹੈ। ਇਸ ਤੋਂ ਪਹਿਲਾਂ ਕਿ ਦੁਨੀਆ ਦੀਆਂ ਗੱਲਾਂ ਅੰਦਰ ਆ ਜਾਣ, ਇਸ ਤੋਂ ਪਹਿਲਾਂ ਕਿ ਤੁਸੀਂ ਉੱਠ ਕੇ ਸਭ ਤੋਂ ਪਹਿਲਾਂ ਮੋਬਾਈਲ ਨੂੰ ਚੈੱਕ ਕਰੋ, ਸਟੇਟਸ ਚੈੱਕ ਕਰੋ, ਕਿਸੇ ਦਾ WhatsApp ਚੈੱਕ ਕਰੋ, ਮੈਸੇਜ ਚੈੱਕ ਕਰੋ। ਕੀ ਕਰਨਾ ਹੈਗਾ? ਇਹਨੂੰ ਬਚਨ ਦੇ ਨਾਲ ਭਰਨਾ ਹੈਗਾ। ਹਾਲੇਲੂਇਆ। ਹੁੰਦਾ ਕੀ ਹੈ, ਕਿਸੇ ਦੀ ਪਰੇਸ਼ਾਨ ਆਉਂਦੀ ਹੈ ਜੀ, ਉਹ ਫਲਾਣੇ ਨੂੰ ਇੰਜ ਹੋ ਗਿਆ ਜੀ, ਬੰਦਾ ਉਹਦੀ ਟੈਨਸ਼ਨ ਲੈ ਲੈਂਦਾ, ਪਰ ਉਹਦੀ ਟੈਨਸ਼ਨ ਨਾਲ ਹੋਰ ਵੀ ਟੈਨਸ਼ਨ ਆ ਜਾਂਦੀ ਆ, ਤੇ ਫਿਰ ਬਚਨ ਅੰਦਰ ਜਾਂਦਾ ਨਹੀਂ ਆ। ਇਹ ਖਾਲੀ ਹੁੰਦਾ ਹੈ ਨਾ। ਜੋ ਮਨ ਖਾਲੀ ਹੈਗਾ, ਜਿਹੜੀ ਚੀਜ਼ ਭਰੀ ਜਾਏਗੀ ਤਾਂ ਭਰੀ ਜਾਏਗੀ। ਹਾਲੇਲੂਇਆ। ਅਗਰ ਬਰਤਨ ਖਾਲੀ ਆ ਤਾਂ ਭਾਵੇਂ ਪਾਣੀ ਭਰ ਲਓ, ਭਾਵੇਂ ਦੁੱਧ ਭਰ ਲਓ, ਭਾਵੇਂ ਤੇਜ਼ਾਬ ਭਰ ਲਓ, ਜੋ ਮਰਜ਼ੀ ਭਰ ਲਓ ਉਹਦੇ ਵਿੱਚ, ਪਰ ਕੁਝ ਪਾਇਆ ਹੋਊਗਾ ਪਹਿਲਾਂ, ਓਵਰਫਲੋ ਹੋਏਗਾ, ਫੁੱਲ ਹੋਏਗਾ, ਫਿਰ ਵੀ ਕੁਝ ਆਏਗਾ। ਸੁਬਹ ਉੱਠ ਕੇ ਅੰਦਰ ਕੀ ਭਰਨਾ ਹੈ? ਵਚਨ ਭਰਨਾ। ਸੌਣ ਤੋਂ ਪਹਿਲਾਂ ਆਪਣੇ ਮਨ 'ਚ ਕੀ ਭਰਨਾ ਹੈ? ਵਚਨ ਭਰਨਾ। ਇਹਦੇ ਅੰਦਰ ਬੜੇ ਵਚਨ ਹੈ। ਹਾਲੇਲੂਇਆ। ਇਹ 'ਚ ਲਿਖਿਆ ਹੋਇਆ ਹੈ, ਉਹ ਆਪਣੇ ਪ੍ਰੇਮ ਕਰਨ ਵਾਲੇ ਨੂੰ ਮਿੱਠੀ ਨੀਂਦ ਦਿੰਦਾਗਾ। ਕਹਿੰਦਾ ਜਦ ਤੂੰ ਸੋਏਗਾ ਤੇਰੀ ਨੀਂਦ ਮਿੱਠੀ ਹੋਵੇਗੀ ਤੇ ਤੈਨੂੰ ਡਰ ਨਹੀਂ ਲੱਗੇਗਾ। ਹਾਲੇਲੂਇਆ। ਤੈਨੂੰ ਕੀ ਨਹੀਂ ਲੱਗੇਗਾ? ਜੇਕਰ ਡਰ ਲੱਗਦਾ ਨਾ, ਰੋਜ਼ ਵਚਨ ਪੜਿਆ ਕਰੋ ਰਾਤ ਨੂੰ। ਹਾਲੇਲੂਇਆ। ਇਹਨੂੰ ਸਰਾਣੇ ਰੱਖਣਾ ਨਹੀਂ ਹੈ, ਹਾਂ ਪੜਨ ਵਾਸਤੇ ਰੱਖਣਾ ਹੈ ਕਿ ਸਵੇਰ ਉੱਠਦੇ ਸਾਰ ਪਹਿਲਾਂ ਬਾਈਬਲ ਹੀ ਪੜ੍ਹਨੀ ਹੈ। ਇਸ ਲਈ ਰੱਖਣਾ ਸਰਾਣੇ ਦਾ ਕੋਈ ਨੀਂਦ ਵਧੀਆ ਹੋਊਗੀ, ਐਵੇਂ ਨੀਂਦ ਨਹੀਂ ਵਧੀਆ ਆਏਗੀ। ਇਹਨੂੰ ਪੜਨ ਦੇ ਨਾਲ ਨੀਂਦ ਵਧੀਆ ਆਏਗੀ। ਅੱਜ ਤੋਂ ਨੋਟ ਕਰ ਲਓ। ਹਾਲੇਲੂਇਆ। ਤੁਸੀਂ ਪੜ੍ਹੇ ਨਹੀਂ ਹੋ, ਤੁਹਾਡੀ ਮਜਬੂਰੀ ਅਨਪੜ੍ਹ ਹੋ। ਤੁਹਾਡੇ ਘਰ 'ਚ ਕੋਈ ਪੜ੍ਹਿਆ ਹੈ, ਉਹਨੂੰ ਫੜਾਓ ਬਾਈਬਲ ਵੀ 10 ਮਿੰਟ ਮੇਰੇ ਨਾਲ ਕੱਢ, ਮੈਨੂੰ ਸਮਝਾ ਕੀ ਲਿਖਿਆ ਹੈ। ਜਦੋਂ ਤੁਹਾਨੂੰ ਪੜ੍ਹ ਕੇ ਸੁਣਾਏਗਾ, ਸਮਝ ਤਾਂ ਆਏਗੀ ਨਾ। ਕੰਨ ਤਾਂ ਦਿੱਤੇ ਆ ਖੁਦਾ ਨੇ। ਹਾਲੇਲੂਇਆ। ਸੁਣ ਤਾਂ ਸਕਦੇ ਹੋ ਨਾ। ਕੋਈ ਕਲਾਮ ਕਹਿੰਦਾ ਸੁਣ ਦੇ ਨਾਲ ਹੀ ਵਿਸ਼ਵਾਸ ਆਉਂਦਾ ਹੈਗਾ, ਪੜ੍ਹਨ ਦੇ ਨਾਲ ਨਹੀਂ ਲਿਖਿਆ। ਕਿਉਂਕਿ ਪੜ੍ਹਦਾ ਜਿਹੜੇ ਪੜ੍ਹੇ ਲਿਖੇ ਉਹ ਪੜ੍ਹ ਲੈਣਗੇ, ਜਿਹੜੇ ਅਨਪੜ੍ਹ ਉਹ ਕੀ ਕਰਨਗੇ? ਤਾਂ ਪ੍ਰਭੂ ਨੇ ਕਿਹਾ ਸੁਣ ਦੇ ਨਾਲ। ਪੜ੍ਹਿਆ ਲਿਖਿਆ ਵੀ ਸੁਣ ਲੈਂਦਾ ਹੈ ਤੇ ਅਨਪੜ੍ਹ ਵੀ ਸੁਣ ਲੈਂਦਾ ਹੈ। ਵਿਸ਼ਵਾਸ ਵਧੇਗਾ। ਅੱਖਾਂ ਨੂੰ ਬੰਦ ਕਰੇ, ਸਿਰਾਂ ਨੂੰ ਝੁਕਾਏ।
परमेश्वर अगे प्रार्थना करें, प्रभु मैनू वचन नाल प्रेम करने वाला मन दे। मैं तेरे वचन नाल प्रेम करा प्रभु जी।